ਸਾਰੀ ਦੁਨੀਆ ਔਨ ਲਾਕਡਾਊਨ ਹੈ ਨਾ। ਤੇ ਉਹ ਮਾਲਕ ਦੇ ਰੰਗ ਨੇ, ਤਾਂ ਹੀ ਕਹਿੰਦੇ ਵੀ ਰਹੀਏ ਡਰ ਕੇ ਰੱਬ ਕੋਲੋਂ, ਜਿਹੜਾ ਜਲ ਤੋਂ ਠੱਲ ਕਰ ਦੇਵੇ, ਸੁੱਕੇ ਹੋਏ ਰੁੱਖਾਂ ਨੂੰ ਪਲ ਵਿੱਚ ਲਾ ਦਿੰਦਾ ਹੈ ਮੇਵੇ, ਰੁੱਖ ਨਦੀ ਕਿਨਾਰੇ ਹੈ ਕਾਹਦਾ ਜ਼ਿੰਦਗੀ ਦਾ ਪ੍ਰਵਾਸ। ਜਿਹੜੀਆਂ ਚੈਰਿਟੀ ਵਾਲੇ ਨੇ, ਫੂਡ ਬੈਂਕਸ ਨੇ, ਗੁਰਦੁਆਰੇ ਨੇ, ਬਹੁਤ ਪੂਰੀ ਦੁਨੀਆ ਦੇ ਵਿੱਚ ਉਹ ਇੰਨੀ ਮਦਦ ਕਰ ਰਹੇ ਨੇ। ਸੋ ਥੈਂਕ ਯੂ। ਹੁਣ ਮੌਤ ਉਹਨਾਂ ਦੇ ਵਾਸਤੇ ਕੋਈ ਨਵੀਂ ਚੀਜ਼ ਨਹੀਂ, ਆਬਵੀਅਸਲੀ ਉਹ ਡਾਕਟਰਸ ਹੈ, ਉਹ ਵੇਖਦੇ ਆ, ਪਰ ਇੰਨੀਆਂ ਸਾਰੀਆਂ ਮੌਤਾਂ ਇਕੱਠੀਆਂ ਵੇਖਣੀਆਂ, ਉੱਤੋਂ ਦੀ ਉਹਨਾਂ ਨੂੰ ਵੀ ਕੋਵਿਡ ਹੋ ਗਿਆ। ਸੋ 1.5 ਹਫ਼ਤਾ ਉਹ ਆਫ ਰਹੇ, ਆਪਣੇ ਸਿਸਟਰ ਕੋਲ ਰਹਿ ਰਹੇ ਸੀ, ਪਰ ਇਹ ਦੱਸਿਆ ਜਾਂਦਾ ਵੀ ਉਹ ਗਿਲਟੀ ਫੀਲ ਕਰਦੀ ਸੀ ਵੀ ਮੈਂ ਘਰ ਆ ਤੇ ਸਾਡੇ ਬੰਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਮਰ ਰਹੇ ਆ। ਔਰ ਬਾਡੀਜ਼ ਨੂੰ ਬਰੀ ਕਰਨ ਦੇ ਵਾਸਤੇ ਉਹਨਾਂ ਦੇ ਕੋਲੇ ਜਗ੍ਹਾ ਨਹੀਂ ਸੀਗੀ। ਐਂਡ ਸੁੱਕੀ ਉਸ ਤੋਂ ਬਾਅਦ ਹੋਇਆ ਪਤਾ ਕਿ ਜਿਹੜੇ ਪ੍ਰੀਸਟ ਉਹਨਾਂ ਨੇ ਖੜੇ ਕੀਤੇ ਸੀ ਨਾ, ਉਹਨਾਂ ਨੂੰ ਕੁਝ ਸੈਕਿੰਡਸ ਦਿੱਤੇ ਸੀ ਹਰ ਇੱਕ ਬਾਡੀ ਨੂੰ ਬਲੈਸ ਕਰਨ ਵਾਸਤੇ। ਸਾਊਥ ਸਰੀ ਦਾ ਗ੍ਰੋਸਰੀ ਸਟੋਰ ਹੈ, ਯੈਸ, ਉੱਥੇ ਇੱਕ ਕੈਸ਼ੀਅਰ ਕੰਮ ਕਰ ਰਹੀ ਸੀਗੀ ਐਂਡ ਜਸਟ ਕੱਲ ਨਿਊਜ਼ ਆਈ ਹੈ ਕਿ ਸ਼ੀ ਵਾਜ਼ ਕੋਵਿਡ ਪੋਜ਼ਿਟਿਵ। ਰਸ਼ੀਆ ਇੱਕ ਤੋਂ ਬਾਅਦ ਇੱਕ ਪੌੜੀ ਜਿਹੜੀ ਹੈ ਚੜ੍ਹਦਾ ਹੋਇਆ, ਤੁਸੀਂ ਇਹ ਵੇਖੋ ਵੀ ਚਾਈਨਾ ਤੋਂ ਉੱਪਰ ਆ ਗਈ। ਔਰ ਰਸ਼ੀਆ ਦੇ ਵਿੱਚ ਹੁਣ 93,500 ਕੇਸਿਸ ਹੋ ਗਏ। ਇੰਡੀਆ ਜਿਹੜਾ ਹੈ ਉਹ 29,000 ਨੂੰ ਕ੍ਰਾਸ ਕਰ ਗਿਆ। ਇੰਨੇ ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਉੱਥੇ ਪੀੜਤ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵਿਊਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਉੱਤੇ। ਮੈਂ ਹਾਂ ਤੁਹਾਡੀ ਆਪਣੀ ਸੁਖੀ ਵਿਦ ਮਾਈ ਬਿਊਟੀਫੁਲ ਕੋ-ਹੋਸਟ ਅੰਮ੍ਰਿਤ ਪੱਟੀ। ਅੰਮ੍ਰਿਤ ਜੀ, ਗੁੱਡ ਮਾਰਨਿੰਗ ਐਂਡ ਵੈਲਕਮ ਟੂ ਦ ਸ਼ੋਅ। ਗੁੱਡ ਮਾਰਨਿੰਗ ਸੁਖੀ, ਥੈਂਕ ਯੂ ਸੋ ਮਚ। ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਅੰਮ੍ਰਿਤ, ਹਮੇਸ਼ਾ ਦੀ ਤਰ੍ਹਾਂ ਅੱਜ ਆਪਾਂ ਹੈਡਲਾਈਨਸ ਬਾਰੇ ਗੱਲ ਕਰਨੀ ਆ, ਨਾਲ ਦੇ ਨਾਲ ਆਪਣੇ ਵਿਊਅਰਸ ਨੂੰ ਆਪਾਂ ਹੁਣੇ ਦੱਸ ਦਈਏ ਕਿ ਅੱਜ ਜਿਹੜਾ ਸਾਡਾ ਸਪੈਸ਼ਲ ਗੈਸਟ ਕੌਣ ਆ ਰਹੇ ਆ ਔਨ ਵੀਡੀਓ ਕਾਲ ਵਿਦ ਅਸ। ਫਿਜ਼ੀਕਲੀ ਤਾਂ ਨਹੀਂ ਸਾਡੇ ਨਾਲ, ਬਿਗ ਵਨ ਬਿਗ ਹਿੱਟ। ਸੋ ਜਿਹਨਾਂ ਨੂੰ ਕਹਿੰਦੇ ਆ ਦ ਕਰਾਊਨ ਪ੍ਰਿੰਸ ਆਫ ਭੰਗੜਾ, original ਫੋਕਸਟਰ ਵੀ ਉਹਨੂੰ ਕਹਿੰਦੇ ਆ, ਜੈਜ਼ੀ ਬੀ। ਯਾ, ਸੋ ਜਿੱਥੇ ਉਹਨਾਂ ਦੀ ਸ਼ੁਰੂਆਤ ਹੋਈ ਸੀ ਸਰੀ ਦੇ ਵਿੱਚ, ਹੀ ਇਜ਼ ਬੈਕ ਟੂ ਹਿਜ਼ ਰੂਟਸ, ਇੱਥੇ ਇੰਡੀਆ ਤੋਂ ਵਾਪਸ ਉਹ ਆ ਗਿਆ। ਸੋ ਉਹਨਾਂ ਨਾਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ। ਪਰ ਹਮੇਸ਼ਾ ਦੀ ਤਰ੍ਹਾਂ ਜਿਹੜੀ ਨਵੀਆਂ ਤਾਜ਼ੀਆਂ ਖਬਰਾਂ ਆ, ਹੈਡਲਾਈਨਸ ਆ, ਕੁਝ ਚੰਗੇ ਨਿਊਜ਼, ਕੁਝ ਮਾੜੇ ਨਿਊਜ਼। But you know what, that it is day by day. So Tuesday morning in Surrey, beautiful British Columbia, weather ਤਾਂ ਠੀਕ ਠਾਕ ਹੀ ਆ ਕੁਝ ਅੱਜ ਮੈਨੂੰ ਲੱਗਦਾ ਹੈ, ਪਰ ਵੈਦਰ ਇਟਸ ਥੋੜੀ ਜਿਹੀ ਸਰਦੀ ਹੈਗੀ ਜੀ, ਡੈਫੀਨਿਟਲੀ। ਹਾਲੇ ਤੱਕ ਧੁੱਪ ਵੀ ਨਹੀਂ ਨਿਕਲੀ ਹੈ, ਥੋੜੀ ਜਿਹੀ ਸਰਦੀ ਵੀ ਹੈਗੀ ਹੈ। ਵੈਲ ਇਟਸ ਸਟਿਲ ਬਿਊਟੀਫੁਲ ਆਊਟ, better than snow. Yes, that's right, and we are in BC, so it's beautiful. Yes. ਅੰਮ੍ਰਿਤ, ਆਪਾਂ ਥੋੜੇ ਜਿਹੇ ਹੈਡਲਾਈਨਸ ਦੀ ਗੱਲ ਕਰਦੇ ਅੱਗੇ ਜਾ ਕੇ, ਪਰ ਥੋੜੇ ਜਿਹੇ ਨਿਊਜ਼ ਆ, ਲਾਈਕ ਆਈ ਸੈਡ ਦੇयर ਸਮ ਗੁੱਡ ਨਿਊਜ਼, ਸਮ ਬੈਡ ਨਿਊਜ਼। ਸਾਨੂੰ ਥੋੜਾ ਜਿਹਾ ਪਤਾ ਲੱਗਾ ਆ ਕਿ ਜਸਟ ਅ ਲਿਟਲ ਵਾਈਲ ਅਗੋ ਕਿ Prime Minister Justin Trudeau ਦੀ ਮਮ ਹਸਪੀਟਲ ਦੇ ਵਿੱਚ ਆ। ਸੋ ਮਾਰਗਰੇਟ ਟਰੂਡੋ ਇਜ਼ ਇਨ ਦ ਹਸਪੀਟਲ ਟੁਡੇ। ਉਹਨਾਂ ਦੇ ਅਪਾਰਟਮੈਂਟ ਬਿਲਡਿੰਗ ਡਾਊਨਟਾਊਨ ਮੌਂਟਰੀਅਲ ਦੇ ਵਿੱਚ ਉਹ ਰਹਿ ਰਹੇ ਸੀ, ਤੇ ਉੱਥੇ ਇੱਕ ਫਾਇਰ 5ਵੀਂ ਮੰਜ਼ਲ ਦੇ ਉੱਤੇ ਹੋਇਆ, ਜਿਹਦੇ ਕਾਰਨ 3 ਫੈਮਲੀਆਂ ਘਰੋਂ ਬਾਹਰ ਹੋਈਆਂ, ਹਸਪੀਟਲ ਦੇ ਵਿੱਚ ਆ। ਆਈ ਥਿੰਕ ਮਾਈਨਰ ਇੰਜਰੀਜ਼ ਆ ਕਹਿ ਰਹੇ ਉਹ। ਜਸਟਿਨ ਟਰੂਡੋ ਨੇ ਇੱਕ ਟਵੀਟ ਕੀਤੀ ਆ ਤੇ ਕਹਿੰਦੇ ਵੀ ਮਮ ਇਜ਼ ਫਾਈਨ, ਤੇ ਆਈ ਵਾਂਟ ਟੂ ਥੈਂਕ ਦੀ ਫਰਸਟ ਰਿਸਪੌਂਡਰਸ ਜਿਹੜੇ ਉੱਥੇ ਪਹੁੰਚੇ ਐਟ ਦ ਸੀਨ। ਸੋ 70 ਫਾਇਰ ਫਾਈਟਰਸ, ਤੁਸੀਂ ਲਾ ਲਓ ਸਾਹਿਬ ਵੀ ਕਿੰਨਾ ਕੁ ਵੱਡਾ ਫਾਇਰ ਹੋ ਸਕਦਾ ਜੇ 70 ਫਾਇਰ ਫਾਈਟਰਸ ਉੱਥੇ ਪਹੁੰਚੇ ਆ। ਬਟ ਯੂ ਨੋ ਵੀ ਵਿਸ਼ ਮਾਰਗਰੇਟ a speedy recovery, and hopefully she'll be back home soon. That's right. ਹਾਂਜੀ, ਹੁਣ ਆਪਾਂ ਜਾਂਦੇ ਆ ਥੋੜੇ ਜਿਹੇ ਮੈਨਹੈਟਨ ਵੱਲ। ਨਿਊਯਾਰਕ ਦੇ ਵਿੱਚ ਇੱਕ really sad news, 49-year-old emergency ਜੋ ਡਾਕਟਰ ਸਨ, ਉਹਨਾਂ ਦਾ ਨਾਮ ਹੈਗਾ ਲੋਰਨਾ ਬ੍ਰੀਨ। ਸੋ 49 years old, ਕੱਲ ਪਤਾ ਲੱਗਾ ਕਿ ਉਹਨਾਂ ਨੇ ਸੁਸਾਈਡ ਕਰ ਲਈ। ਬਿਲਕੁਲ। ਆਪ ਨੂੰ ਪਤਾ ਵੀ ਜਿਹੜੇ ਫਰੰਟ ਲਾਈਨ ਵਰਕਰਸ ਆ ਇਸ ਵੇਲੇ ਕਿੰਨਾ ਉਹਨਾਂ ਦੇ ਵਾਸਤੇ ਸਿਚੁਏਸ਼ਨ ਟਫ ਆ, ਖਾਸ ਕਰਕੇ ਆਈ ਵਿਟਨੈਸ ਅਕਾਊਂਟਸ ਕਿ ਕਿੰਨੇ ਲੋਕ ਕਰੋਨਾ ਦਾ ਕਰਕੇ ਉੱਥੇ ਅਫੈਕਟ ਹੋ ਰਹੇ ਆ। ਸੁਖੀ, ਐਕਚੁਅਲੀ ਬਹੁਤ ਵੱਡੀ ਪ੍ਰੋਬਲਮ ਹੈਗਾ। ਜੇ ਅਸੀਂ ਗੱਲ ਕਰਕੇ ਹਰ ਰੋਜ਼ ਨਿਊਜ਼ ਪੜ੍ਹ ਕੇ ਇੰਨਾ ਜ਼ਿਆਦਾ ਟੈਂਸ ਹੋ ਜਾਂਦੇ ਆ ਨਾ, ਜਿਹੜੇ ਡਾਕਟਰਸ ਨੇ ਐਂਡ ਸਪੈਸ਼ਲੀ ਉਹ ਹੈਡ ਸੀ, ਉਹਨੇ ਹਰ ਇੱਕ ਨੂੰ ਜਿਹੜਾ ਦੱਸਣਾ ਵੀ ਕਿ ਹਾਂ ਕੀ ਕੁਝ ਕਰਨਾ ER ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਬਾਡੀਜ਼ ਆ ਉੱਥੇ ਬਾਡੀਜ਼ ਦੇ ਪਾਈਲ ਅਪ ਸੀ ਬਾਡੀਜ਼ ਉੱਥੇ, ਰਾਈਟ। ਉਹ ਸਾਰੀਆਂ ਬਾਡੀਜ਼ ਨੂੰ ਦੇਖਣਾ ਤੁਹਾਡਾ ਆਪਣੇ ਆਪ ਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਮੈਂ ਕਰ ਕੀ ਰਹੀ ਹਾਂ, ਲਾਈਕ ਇਹ ਲਾਈਫ ਕਿੰਨੀ ਸ਼ਾਰਟ ਹੈ ਜਾਂ ਕਿੰਨੀ ਨੈਗੇਟਿਵ ਜਿਹੜੀਆਂ
ਚੀਜ਼ਾਂ ਉੱਥੇ ਹੁੰਦੀਆਂ ਨੇ ਇੰਪੈਕਟ ਤਾਂ ਕਰਦੀਆਂ ਨੇ। ਹੁਣ ਮੌਤ ਉਹਨਾਂ ਦੇ ਵਾਸਤੇ ਕੋਈ ਨਵੀਂ ਚੀਜ਼ ਨਹੀਂ, ਆਬਵੀਅਸਲੀ ਉਹ ਡਾਕਟਰਸ ਹੈ, ਉਹ ਵੇਖਦੇ ਆ, ਪਰ ਇੰਨੀਆਂ ਸਾਰੀਆਂ ਮੌਤਾਂ ਇਕੱਠੀਆਂ ਵੇਖਣੀਆਂ, ਉੱਤੋਂ ਦੀ ਉਹਨਾਂ ਨੂੰ ਵੀ ਕੋਵਿਡ ਹੋ ਗਿਆ। ਸੋ 1.5 ਹਫ਼ਤਾ ਉਹ ਆਫ ਰਹੇ, ਆਪਣੇ ਸਿਸਟਰ ਕੋਲ ਰਹਿ ਰਹੇ ਸੀ, ਪਰ ਇਹ ਦੱਸਿਆ ਜਾਂਦਾ ਵੀ ਉਹ ਗਿਲਟੀ ਫੀਲ ਕਰਦੀ ਸੀ ਵੀ ਮੈਂ ਘਰ ਆ ਤੇ ਸਾਡੇ ਬੰਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਮਰ ਰਹੇ ਆ, ਵੀ ਮੈਂ ਕੀ ਕਰ ਰਹੀ ਹਾਂ, ਮੈਂ ਉੱਥੇ ਵਾਪਸ ਜਾਵਾਂ। ਸੋ ਉਹਦਾ ਡੈਡੀ ਵੀ ਡਾਕਟਰ ਸੀਗਾ। ਸ਼ੀ ਵੈਂਟ ਬੈਕ ਐਂਡ ਅਖੀਰਲੀ ਵਾਰੀ ਉਹਨਾਂ ਦੀ ਗੱਲ ਹੋਈ ਸੀ, ਉਹਦੀ 12 ਘੰਟਿਆਂ ਦੀ ਸ਼ਿਫਟ ਸੀ ਜੋ ਉਹ ਤੋਂ ਪੂਰੀ ਨਹੀਂ ਕਰ ਹੋਈ। ਐਂਡ ਯੂ ਨੋ ਐਂਡ ਇਟਸ ਸੈਡ। ਤੇ ਨਾ ਕਿ ਸਿਰਫ ਉਹ, ਪਰ ਇੱਕ 23 ਸਾਲਾਂ ਦਾ ਉਹਦਾ ਨਾਂ ਸੀਗਾ ਜੌਨ ਮੰਡੇਲੋ, ਐਂਡ ਹੀ ਵਾਜ਼ ਐਨ EMT। ਤੇ ਉਹਨਾਂ ਦਾ ਡੈਡ ਜੋ ਯੂ ਨੋ ਰਿਟਾਇਰਡ ਪੁਲਿਸ ਆਫਿਸਰ ਸੀ ਨਿਊਯਾਰਕ ਦੇ ਵਿੱਚ, ਉਹਨਾਂ ਦਾ ਗਨ ਲੈ ਕੇ ਹੀ ਸ਼ਾਟ ਹਿਮਸੈਲਫ ਇਨ ਦ ਹੈਡ। ਐਂਡ ਯੂ ਨੋ 23 ਸਾਲਾਂ ਦੀ ਇੰਨੀ ਯੂ ਨੋ ਛੋਟੀ ਉਮਰ ਦੇ ਵਿੱਚ, ਐਂਡ ਅਗੇਨ ਯੂ ਨੋ ਡਿਪਰੈਸ਼ਨ, ਸੁਸਾਈਡਲ ਥਾਟਸ ਕਰਕੇ ਉਹ ਵੇਖ ਰਿਹਾ ਕਿ ਯੂ ਨੋ ਇੰਨਾ ਚਿਰ ਹੋ ਗਿਆ, 3 ਐਂਬੂਲੈਂਸਾਂ ਖੜੀਆਂ ਆ, ਇੰਨੇ ਲੋਕ ਬਾਹਰ ਵੇਟ ਕਰ ਰਹੇ ਜੋ ਸਿੱਖ ਆ, ਉਹਨਾਂ ਦੇ ਵਾਸਤੇ ਜਗ੍ਹਾ ਹੈ ਨਹੀਂ ਹਸਪੀਟਲਸ ਦੇ ਵਿੱਚ। ਯੂ ਨੋ ਜਸਟ ਨਾਟ ਬੀਇੰਗ ਏਬਲ ਟੂ ਹੈਲਪ them, ਯੂ ਨੋ ਇਟਸ ਮਾਈਂਡ ਬੋਗਲਿੰਗ। ਬਹੁਤ ਜ਼ਿਆਦਾ ਪ੍ਰੋਬਲਮ ਹੈਗੀ, ਐਂਡ ਸਪੈਸ਼ਲੀ ਨਿਊਯਾਰਕ ਦੇ ਵਿੱਚ ਜਦੋਂ ਇੰਨੀਆਂ ਸਾਰੀਆਂ ਬਾਡੀਜ਼ ਨੇ ਔਰ ਬਾਡੀਜ਼ ਨੂੰ ਬਰੀ ਕਰਨ ਦੇ ਵਾਸਤੇ ਉਹਨਾਂ ਦੇ ਕੋਲੇ ਜਗ੍ਹਾ ਨਹੀਂ ਸੀਗੀ। ਐਂਡ ਸੁੱਕੀ ਉਸ ਤੋਂ ਬਾਅਦ ਹੋਇਆ ਪਤਾ ਕਿ ਜਿਹੜੇ ਪ੍ਰੀਸਟ ਉਹਨਾਂ ਨੇ ਖੜੇ ਕੀਤੇ ਸੀ ਨਾ, ਉਹਨਾਂ ਨੂੰ ਕੁਝ ਸੈਕਿੰਡਸ ਦਿੱਤੇ ਸੀ ਹਰ ਇੱਕ ਬਾਡੀ ਨੂੰ ਬਲੈਸ ਕਰਨ ਵਾਸਤੇ। ਸੋ ਉਹੇ ਜਿਹੀਆਂ ਸਾਰੀਆਂ ਸਿਚੁਏਸ਼ਨਸ ਨੂੰ ਦੇਖਦੇ ਹੋਏ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਡਿਪਰੈਸ਼ਨ 'ਚ ਆ ਸਕਦਾ। ਲੇਕਿਨ ਅਸੀਂ ਸਾਰੇ ਜਣੇ ਬਹੁਤ ਰਿਗਾਰਡ ਕਰਦੇ ਹਾਂ, ਸਲੂਟ ਕਰਦੇ ਹਾਂ ਅਸੀਂ ਸਾਰੇ ਜਣੇ, ਜਿੰਨੇ ਵੀ ਸਾਡੇ ਇਹ ਸਾਰੇ ਵਰਕਰਸ ਨੇ, ਫਰੰਟ ਲਾਈਨ ਵਰਕਰਸ ਨੇ, ਉਹਨਾਂ ਦਾ ਜਿਹੜੇ ਅੱਜ ਇਸ ਪੋਜੀਸ਼ਨ ਦੇ ਵਿੱਚ ਨੇ, ਔਰ ਫਿਰ ਵੀ ਉਹਨਾਂ ਦੇ ਕਰਕੇ ਬਾਕੀ ਸਾਰੀ ਦੁਨੀਆ ਜਿਹੜੀ ਉਹ ਸੈਲਫ ਆਈਸੋਲੇਸ਼ਨ ਕਰ ਪਾ ਰਹੀ ਹੈ। ਸਿਰਫ ਦੇ ਆਰ ਦ ਵਨ ਜਿਨ੍ਹਾਂ ਕਰਕੇ ਅਸੀਂ ਘਰਾਂ ਦੇ ਵਿੱਚ ਬੈਠ ਸਕਦੇ। ਡੈਫੀਨਿਟਲੀ ਯੂਰ ਹੀਰੋਜ਼। ਸੋ ਤੁਸੀਂ ਫਰੰਟ ਲਾਈਨ ਵਰਕਰਸ ਦਾ ਜ਼ਿਕਰ ਕੀਤਾ, ਨਾਲ ਦੀ ਨਾਲ ਇੱਕ ਹੋਰ ਇੰਡਸਟਰੀ ਹੈ ਜਿਹਦੇ ਵਿੱਚ ਫਰੰਟ ਲਾਈਨ ਵਰਕਰਸ ਜਿਨ੍ਹਾਂ ਨੂੰ ਆਪਾਂ ਐਸੈਂਸ਼ੀਅਲ ਵਰਕਰਸ ਕਹਿੰਦੇ ਆ, ਐਂਡ ਦੋਜ਼ ਆਰ ਟਰੱਕ ਡਰਾਈਵਰਸ। ਸੋ ਆਪਾਂ ਪਤਾ ਹੈ ਵੀ ਕਿੰਨੀ ਮਿਹਨਤ ਦੇ ਨਾਲ ਉਹ ਕੰਮ ਕਰਦੇ ਆ, ਜਿਹੜੀ ਸਪਲਾਈ ਚੇਨ ਆ, ਫੂਡਸ, ਮੈਡੀਸਿਨ ਸਾਡੇ ਤੱਕ ਉਹ ਲੈ ਕੇ ਆਉਂਦੇ ਆ, ਤੇ ਨਾਲ ਦੀ ਨਾਲ ਉਹ ਆਪਣੀ ਲਾਈਫ ਖਤਰੇ ਦੇ ਵਿੱਚ ਯੂ ਨੋ ਦੇਰ ਪੁਟਿੰਗ ਇਟ ਆਊਟ ਦੇਅਰ। ਯੈਸ ਐਂਡ ਅਦਰ ਥਿੰਗ ਇਜ਼ ਜਿਹੜੇ ਕੈਸ਼ੀਅਰਸ ਆਪਣੇ ਕੰਮ ਕਰਦੇ ਗ੍ਰੋਸਰੀ ਸਟੋਰ ਦੇ ਵਿੱਚ, ਜਿਹੜਾ ਆਪਣਾ ਸਾਊਥ ਸਰੀ ਦਾ ਗ੍ਰੋਸਰੀ ਸਟੋਰ ਹੈ, ਉੱਥੇ ਇੱਕ ਕੈਸ਼ੀਅਰ ਕੰਮ ਕਰ ਰਹੀ ਸੀਗੀ, ਐਂਡ ਜਸਟ ਕੱਲ ਨਿਊਜ਼ ਆਈ ਹੈ ਕਿ ਸ਼ੀ ਵਾਜ਼ ਕੋਵਿਡ ਪੋਜ਼ਿਟਿਵ। ਵਾਲਮਾਰਟ, ਰਾਈਟ? ਵਾਲਮਾਰਟ ਦੇ ਵਿੱਚ, ਯੈਸ, ਜਿਹੜਾ ਉੱਥੇ 23rd ਐਂਡ 160th ਦੇ ਉੱਪਰ ਹੈ। ਉਹਦੇ ਵਿੱਚ ਉਹ ਕੱਲ ਨਿਊਜ਼ ਹੈ ਕਿ ਉਹ April 16th ਨੂੰ ਉਹਨੇ ਲਾਸਟ ਟਾਈਮ ਕੰਮ ਕੀਤਾ ਸੀ। ਸੋ ਇਹ ਸਾਰੇ ਵਰਕਰਸ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਨੇ ਦੂਸਰੇ ਲੋਕਾਂ ਦੇ ਨਾਲ ਜਾ ਕੇ ਮਿਲਣਾ ਹੈ, ਹੈ ਨਾ, ਉਹਨਾਂ ਨਾਲ ਹੱਥ ਵੀ ਮਿਲਾਣਾ, ਉਹਨਾਂ ਨੂੰ ਬੈਗ ਵੀ ਦੇਣਾ, ਉੱਥੇ ਸਾਰਾ ਕੁਝ ਕਰਨਾ, ਬਟ ਸਟਿਲ ਦੇ ਆਰ ਦੇਅਰ ਐਂਡ ਦੇ ਆਰ ਦੇਅਰ ਫॉर ਅਸ। Yeah, definitely. ਸੋ ਜਿਹੜੇ ਟਰੱਕ ਜਿਹੜੇ ਸਾਡੇ ਡਰਾਈਵਰਸ ਆ, BC ਦੇ ਵਿੱਚ ਤੁਸੀਂ ਜਾਣਦੇ ਸੀ ਅੱਗੇ ਥੋੜ੍ਹੇ ਜਿਹੇ ਪੋਰਟੇਬਲ ਟੋਇਲਟਸ ਦੀ ਪ੍ਰੋਬਲਮ ਪੈਂਦੀ ਸੀ। ਸੋ ਸਰਕਾਰ ਨੇ 25 ਹੋਰ ਜਿਹੜੇ ਟੋਇਲਟਸ ਆ ਉਹ ਡਿਫਰੈਂਟ ਕਮਰਸ਼ੀਅਲ ਸਟਾਪਸ ਦੇ ਉੱਤੇ ਰਖਵਾ ਦਿੱਤੇ। ਤੇ ਇੱਕ ਅੱਜ ਹੋਰ ਵਧੀਆ ਨਿਊਜ਼ ਆ ਕਿ ਜਿਹੜੇ ਫੂਡ ਵੈਂਡਰਸ ਆ, ਸੋ ਫੂਡ ਟਰੱਕਸ ਅਸੀਂ ਨਿਤ ਮੇਲਿਆਂ ਦੇ ਵਿੱਚ ਇੱਥੇ ਵੇਖਦੇ ਆ, ਬਹੁਤ ਉਹਨਾਂ ਦਾ ਰਿਵਾਜ਼ ਹੋ ਗਿਆ, ਡਿਫਰੈਂਟ ਕੁਜ਼ੀਨਸ। ਸੋ ਉਹਨਾਂ ਦੇ ਵਾਸਤੇ ਜਿਹੜੇ ਪਰਮਿਟਸ ਆ ਉਹ ਓਪਨ ਕੀਤੇ ਗਏ ਆ, ਤਾਂ ਕਿ ਜਿਹੜੇ ਟਰੱਕ ਸਟਾਪਸ ਆ ਥੋੜ੍ਹੇ ਜਿਹੇ ਉਹਨਾਂ ਨੇ ਐਲਾਨ ਕੀਤੇ ਆ ਕਿ these are the specific stops you can apply for the permit, ਤਾਂ ਕਰਕੇ ਜਿਹੜੇ ਟਰੱਕ ਡਰਾਈਵਰਸ ਆ ਉੱਥੇ ਜਾ ਕੇ at least they can get hot food. So you know we're glad to hear that ਕਿ ਅੱਜ ਇਹ ਜਿਹੜੀ ਤਾਜ਼ੀ ਖਬਰ ਆਈ ਆ। ਉਤੋਂ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਚੈਨਲ ਪੰਜਾਬੀ in conjunction with Aria Banquet Hall and the Canadian Truckers Association of BC ਅੱਜ 11 ਵਜੇ ਜਿਹੜਾ ਨੋਰਡਲ ਟਰੱਕ ਸਕੇਲ ਆ ਉੱਥੇ ਮੀਲਸ ਡਰਾਈਵਰਸ ਵਾਸਤੇ ਵੰਡਣਗੇ। So they're going to distribute them today. So we're really happy because you know ਸਾਨੂੰ ਪਤਾ ਹੈ ਵੀ ਕਿੰਨਾ ਹਾਰਡ ਵਰਕ ਕਰਦੇ ਆ ਫਰੰਟ ਲਾਈਨਸ ਦੇ ਉੱਤੇ। ਸੋ 11 ਵਜੇ ਉੱਥੇ ਇਹ ਸ਼ੁਰੂ ਹੋਗਾ ਕੰਮ, ਤੇ ਜਿੰਨੇ ਵੀ ਸਾਡੇ ਅੱਜ ਨਾਲ ਦਰਸ਼ਕ ਜੁੜੇ ਆ, ਤੁਸੀਂ ਇਹਦੀ ਕਵਰੇਜ ਅੱਜ ਜਿਹੜੇ ਸਾਡੇ ਕੈਨੇਡਾ ਨਿਊਜ਼ ਬੁਲੇਟਿਨ ਆ 7:30 ਵਜੇ ਸ਼ਾਮ ਨੂੰ ਵੇਖ ਸਕਦੇ ਆ। ਸੋ our team will be on site very shortly. Also let's talk a little bit more Amrit, ਹੁਣ you know ਆਪਾਂ ਗੱਲ ਕਰਦੇ ਆ ਕਿ Corona. Every day we talk about Corona. So let's start with the updates. That's right. Kal bahut good news tusi leke aaye sige, so I'm hoping there's some more. No. ਸਾਰੀਆਂ ਹੁਣ ਤਾਂ good news, mostly good news ਹੈਗੀਆਂ ਨੇ, because ਕਾਫੀ ਜਗ੍ਹਾ ਦੇ ਉੱਪਰ ਨਾ ਹੌਲੀ ਫਰਕ ਪੈ ਰਿਹਾ। ਹੁਣ ਜੇ ਆਪਾਂ ਸਾਰੀ ਦੁਨੀਆ ਦੀ ਰਿਪੋਰਟ ਦੀ ਗੱਲ ਕਰ ਰਹੇ ਹਾਂ, ਟੋਟਲ 30,87,000 ਤੋਂ 3 ਮਿਲੀਅਨ ਤੋਂ ਉੱਪਰ ਤਾਂ ਆਫ ਕੋਰਸ ਕੱਲ ਹੀ ਚਲਿਆ ਗਿਆ ਸੀ। 30,87,000 ਤੋਂ ਉੱਪਰ ਟੋਟਲ ਕੇਸਿਸ ਨੇ, ਔਰ ਉਹਦੇ ਵਿੱਚੋਂ 1/3 ਕੱਲੇ US ਦੇ ਵਿੱਚ ਨੇ। Okay. 1/3 ਦਾ ਮਤਲਬ ਹੈਗਾ 10 ਲੱਖ ਤੋਂ ਉੱਪਰ, ਬਹੁਤ ਵੱਡੀ ਗਿਣਤੀ ਹੈ, ਔਰ ਇਕੱਲੇ ਇੱਕ ਜਿਹੜੀ ਹੈ ਉਹ ਕੰਟਰੀ ਦੇ ਵਿੱਚ ਹੋਣਾ।
ਜੇ ਅਸੀਂ ਸਪੇਨ ਦੀ ਗੱਲ ਕਰਦੇ ਹਾਂ, ਸਪੇਨ 2,32,000, ਇਟਲੀ 1,99,000, ਫਰਾਂਸ 1,65। ਇਹ ਸਾਰਿਆਂ ਨੂੰ ਦੇਖਦੇ ਠੀਕ ਹੈ, ਇੱਥੇ ਸਾਰਿਆਂ ਦੇ ਵਿੱਚ ਕਰਵ ਨੀਚੇ ਜਾ ਰਹੀ ਹੈ, ਡੈਥ ਟੋਲ ਨੀਚੇ ਜਾ ਰਹੀ ਹੈ। ਬਟ ਹੁਣ ਜਿਹੜੀ ਆਊਟਬ੍ਰੇਕ ਜ਼ਿਆਦਾ ਵੇਖਣ 'ਚ ਆ ਰਹੀ ਹੈ ਨਾ, ਉਹ ਰਸ਼ੀਆ ਦੇ ਵਿੱਚ ਹੈ। ਰਸ਼ੀਆ ਇੱਕ ਤੋਂ ਬਾਅਦ ਇੱਕ ਪੌੜੀ ਜਿਹੜੀ ਹੈ ਚੜ੍ਹਦਾ ਹੋਇਆ, ਤੁਸੀਂ ਇਹ ਵੇਖੋ ਵੀ ਚਾਈਨਾ ਤੋਂ ਉੱਪਰ ਆ ਗਿਆ। ਔਰ ਰਸ਼ੀਆ ਦੇ ਵਿੱਚ ਹੁਣ 93,500 ਕੇਸਿਸ ਹੋ ਗਏ ਨੇ, ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਰੈਪਿਡਲੀ ਗਰੋ ਹੋ ਰਹੇ ਨੇ। ਹਾਲੇ ਡੈਥ ਟੋਲ ਜਿਹੜੀ ਹੈ ਉੱਥੇ ਬਹੁਤ ਜ਼ਿਆਦਾ ਨਹੀਂ ਹੈ, ਡੈਥ ਟੋਲ ਘੱਟ ਹੈ ਲੇਕਿਨ ਨੰਬਰਸ ਬਹੁਤ ਜ਼ਿਆਦਾ ਨੇ। ਰਾਈਟ। ਸੋ ਇੱਕ ਤਾਂ ਉਹ ਗੱਲ ਹੈਗੀ ਹੈ, ਇੱਕ ਇੰਡੀਆ ਜਿਹੜਾ ਹੈ ਉਹ 29,000 ਨੂੰ ਕ੍ਰਾਸ ਕਰ ਗਿਆ। ਇੰਨੇ ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਉੱਥੇ ਪੀੜਤ ਨੇ। ਹੁਣ ਜਿਹੜੀ ਇੱਕ ਗੁੱਡ ਨਿਊਜ਼ ਨਹੀਂ ਹੈਗੀ, ਉਹਦੇ ਵਿੱਚ ਅੱਜ ਸਵੇਰੇ ਤਕਰੀਬਨ ਅੱਧਾ ਕੁ ਘੰਟਾ ਪਹਿਲਾਂ BBC ਦੀ ਇੱਕ ਜਿਹੜੀ ਅਪਡੇਟ ਹੋਈ ਹੈ, WHO ਤੇ IRC ਇੰਟਰਨੈਸ਼ਨਲ ਰੈਸਕਿਊ ਕਮੇਟੀ ਜੀ, ਉਹਨਾਂ ਨੇ ਲੰਡਨ ਦੇ ਵਿੱਚ ਇੱਕ ਖਾਸ ਗੱਲ ਕੀਤੀ ਹੈ। ਉਹ ਕਹਿੰਦੇ ਕਿ ਮਿਨੀਮਮ ਜੇ ਅਸੀਂ ਨਾ ਸਹੀ ਢੰਗ ਨਾਲ ਜਿਹੜੀਆਂ ਛੋਟੀਆਂ ਕੰਟਰੀਜ਼ ਨੇ ਉਹਨਾਂ ਨੂੰ ਹੈਲਪ ਦਿੱਤੀ, ਜਿਹਦੇ ਵਿੱਚ ਅਫਗਾਨਿਸਤਾਨ ਆਉਂਦਾ, ਜਿਹੜਾ ਆਪਣਾ ਸੀਰੀਆ ਆਉਂਦਾ, ਉਸ ਤੋਂ ਬਾਅਦ ਫਿਰ ਜਿੰਨੇ ਅਫਰੀਕਨ ਛੋਟੇ ਕੰਟਰੀਜ਼ ਨੇ, ਦੈਨ ਇਹ ਰੀਚ ਜਿਹੜੀ ਹੈ ਕਰੋਨਾ ਵਾਇਰਸ ਦੀ 500 ਮਿਲੀਅਨ to 1 ਬਿਲੀਅਨ ਤੱਕ ਜਾਏਗੀ। ਵਾਓ। ਇਹ ਅੱਜ ਸਵੇਰ ਦੀ ਉਹਨਾਂ ਦੀ ਇਹ ਨਿਊਜ਼ ਹੈ। ਉਹ ਕਹਿੰਦੇ ਤੁਸੀਂ ਆਈ ਨਹੀਂ ਕਹਿ ਸਕਦੇ ਵੀ ਜੇ 2-3 ਵੱਡੀਆਂ ਕੰਟਰੀਜ਼ ਜਿਹੜੀਆਂ ਨੇ ਉਹ ਕੰਟਰੋਲ ਕਰ ਗਈਆਂ ਨੇ। ਵੱਡੀਆਂ ਕੰਟਰੀਜ਼ ਨੂੰ ਕੰਟਰੋਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰਾ ਦਾ ਸਾਰਾ ਕਰੋਨਾ ਵਾਇਰਸ ਕੰਟਰੋਲ ਹੋ ਗਿਆ। ਜਦੋਂ ਇਹ ਇੰਡੀਆ ਵਰਗੀ ਜਾਂ ਅਫਰੀਕਾ ਵਰਗੀ ਜਗ੍ਹਾ ਦੇ ਉੱਪਰ ਆਇਆ, ਜੇ ਇਹ ਹੋਰ ਨਹੀਂ ਤਾਂ ਅਫਗਾਨਿਸਤਾਨ ਦੇ ਵਿੱਚ ਆਇਆ, it could be 500 million to 1 billion infected people. That's a huge number. Yeah. That's not ਬਹੁਤ ਵੱਡਾ number. That's Yeah, not definitely. good. ਹਾਂਜੀ। Oh, no. Yeah. Okay, ਬਾਕੀ ਹੁਣ ਗੁੱਡ ਨਿਊਜ਼ ਵਾਲਾ ਆਪਾਂ ਥੋੜੇ ਜਿਹਾ ਚੱਲ ਜਾਈਏ। ਜੇ ਬਿਲਕੁਲ। ਆਪਾਂ ਗੱਲ ਕਰੀਏ ਕੁਬੈਕ, ontario ਤੇ BC ਦੀ, ਲੱਗਦਾ ਹੈ ਕੱਲ ਆਪਾਂ ਸਸਕੈਚੂਅਨ ਦੀ ਗੱਲ ਕਰਦੇ ਸੀਗੇ ਕਿ ਥੋੜੇ ਉੱਥੇ ਜਿਹੜੇ ਰਿਸਟ੍ਰਿਕਸ਼ਨਸ ਜਾਂ ਬੈਨਸ ਜਾਂ ਥੋੜੇ ਅਪਲਿਫਟ ਹੋ ਰਹੇ ਆ, ਕਿ is there hope in the future? Yes, that's right. So ਉਸ ਤੋਂ ਬਾਅਦ ਹੁਣ ਕੈਨੇਡਾ ਦੇ ਟੋਟਲ ਨੰਬਰਸ ਜਿਹੜੇ ਸੁੱਖੀ ਹੈਗੇ ਨੇ ਉਹ 49,000 ਨੇ, ਸਾਨੂੰ ਪਤਾ ਹੈ। ਹੁਣ ਕਿਊਬੈਕ ਦੇ ਵਿੱਚ ਜਿਹੜੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ, which is good, but on the other side ਥੋੜੀਆਂ ਜਿਹਾ ਆਪਾਂ ਨੂੰ ਸੋਚਣ ਲਈ ਮਜਬੂਰ ਵੀ ਕਰਦੀਆਂ ਨੇ। ਉਹ ਕਹਿੰਦੇ ਮੌਂਟਰੀਅਲ ਦਾ ਜਿਹੜਾ ਏਰੀਆ ਨਾ, ਜਿੱਥੇ ਆਊਟਬ੍ਰੇਕ ਕਾਫੀ ਹੈ, ਉਹਦੀ ਜਿਹੜੀ ਆਊਟਰ ਸਕਰਟ ਹੈ, ਸਾਰੀ ਆਊਟਰ ਸਕਰਟ ਦੇ ਵਿੱਚ ਮਈ 11 ਨੂੰ ਐਲੀਮੈਂਟਰੀ ਸਕੂਲ ਖੋਲ ਦਿਓ। ਵੈਰੀ ਗੁੱਡ। ਠੀਕ ਹੈ। ਜਿਹੜਾ ਮੌਂਟਰੀਅਲ ਇਟਸੈਲਫ ਹੈ, ਜਿਹੜਾ ਸਿਟੀ ਵਾਲਾ ਏਰੀਆ, ਉਹ ਕਹਿੰਦੇ ਉਹਦੇ ਵਿੱਚ 19 ਤਰੀਕ ਨੂੰ ਖੋਲ ਦਿਓ। ਬੱਚੇ ਘੱਟ ਜਾਣਗੇ ਲੇਕਿਨ ਫਿਰ ਵੀ ਉਹ ਕਹਿੰਦੇ ਵੀ 15 ਦੀ ਕਪੈਸਿਟੀ ਰੱਖ ਦਿਓ। ਅਟੈਂਡੈਂਸ ਜ਼ਰੂਰੀ ਨਹੀਂ ਹੋਏਗੀ ਜੇ ਕੋਈ ਭੇਜਣਾ ਚਾਹੁੰਦਾ ਹੈ ਜਾਂ ਨਹੀਂ। ਪਰ ਇੱਥੇ ਹੁਣ ਅੱਜ ਜੇ ਮੇਰੇ ਕੋਲੇ ਛੋਟਾ ਬੱਚਾ ਹੈ, ਸੁਖੀ ਕੌਣ ਸੈਂਡ ਕਰੇਗਾ? We all are scared, we all are at home, and ਦੂਸਰੀ ਵੱਡੀ ਗੱਲ, ਇੱਕ ਬਹੁਤ ਵਧੀਆ ਮੂਵੀ ਆਈ ਹੈ ਜਿਹੜੀ ਚਾਈਨਾ ਤੋਂ ਉਹਨਾਂ ਨੇ ਦਿਖਾਇਆ। ਉਹ ਕਹਿੰਦੇ ਵੀ ਬੱਚਿਆਂ ਨੂੰ ਇੱਕ ਦੂਸਰੇ ਤੋਂ ਦੂਰ ਰੱਖਣਾ ਬੜਾ ਔਖਾ ਹੈ। ਪੇਰੈਂਟਸ ਕਹਿੰਦੇ ਅਸੀਂ ਨਹੀਂ ਭੇਜਣਾ ਚਾਹੁੰਦੇ। ਉਹਨਾਂ ਨੇ ਹੈਟਸ ਬਣਾਈਆਂ ਨੇ। ਅੱਛਾ। ਹੈਟਸ ਬਣਾਈਆਂ ਨੇ, ਉਹ 3 ਮਤਲਬ ਉਹ ਫੁੱਟ ਦੀਆਂ ਸਾਰੇ ਪਾਸੇ ਨੇ। ਅੱਛਾ। ਬੱਚੇ ਇੱਕ ਦੂਸਰੇ 'ਚ ਵੱਜਦੇ ਨੇ, ਨੇੜੇ ਨਹੀਂ ਆ ਸਕਦੇ। 3 ਇਹਦਾ ਹੋ ਗਿਆ, 3 ਉਹਦਾ ਹੋ ਗਿਆ, 6 ਫੁੱਟ ਬੱਚਾ ਦੂਰ ਰਿਹਾ। ਹਾਂਜੀ। ਇਹ ਆਏ ਜ਼ਰੂਰ ਹੈ ਵੀ ਕੋਈ ਉੱਪਰ ਚੱਕ ਕੇ ਨੇੜੇ ਜਾਣ ਦੀ ਕੋਸ਼ਿਸ਼ ਕਰੇ ਤਾਂ ਵੱਖਰੀ ਗੱਲ ਹੈ, ਅਦਰਵਾਈਜ਼ ਇਟਸ ਬਿਊਟੀਫੁਲ। ਯਾ ਡੈਫੀਨਿਟਲੀ ਇਟਸ ਅ ਸੋ ਗੁੱਡ ਉਹ ਕਹਿੰਦੇ ਵੀ ਅਸੀਂ ਖੋਲ ਰਹੇ ਹਾਂ ਲੇਕਿਨ ਕੋਈ ਨਾ ਕੋਈ ਪ੍ਰੀਕਾਸ਼ਨਸ ਇਹਦੇ 'ਚ ਲੈਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਬੱਚੇ ਤਾਂ ਬੱਚੇ ਨੇ, ਉਹਨਾਂ ਨੇ ਬਾਹਰ ਜਾਣਾ ਹੈ, ਲੈਟਸ ਪਲੇ। ਹਾਂ ਡੈਫੀਨਿਟਲੀ। ਸੋ ਦੂਸਰੀ ਵੱਡੀ ਗੱਲ ਹੈਗੀ ਆ, ਉਹ ਕਹਿੰਦੇ ਵੀ ਸਾਡੇ ਪ੍ਰੀਮੀਅਰ ਜਿਹੜੇ ਉੱਥੋਂ ਦੇ ਹੈਗੇ ਨੇ, ਉਹ ਕਹਿੰਦੇ ਠੀਕ ਹੈ ਕਰੋਨਾ ਵਾਇਰਸ ਹੈਗਾ, ਲਾਈਫ ਮਸਟ ਗੋ ਔਨ। ਇਹ ਬਿਲਕੁਲ ਸਹੀ ਹੈ। ਉਹ ਕਹਿੰਦੇ ਹਾਈ ਸਕੂਲ, ਕਾਲਜ, ਯੂਨੀਵਰਸਿਟੀਜ਼ ਇਹ ਹਲੇ ਅਸੀਂ ਨਹੀਂ ਖੋਲ ਰਹੇ ਕਿਉਂਕਿ ਵੱਡਿਆਂ ਨੂੰ ਜ਼ਿਆਦਾ ਹੋ ਰਿਹਾ। ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਇਮਿਊਨ ਸਿਸਟਮ ਦੇ ਵਿੱਚ ਇਹ ਈਜ਼ੀ ਹੈਗਾ ਵੀ ਉਹਨਾਂ ਨੂੰ ਜ਼ਿਆਦਾ ਕੈਚ ਨਹੀਂ ਕਰ ਰਹੇ ਹੋ ਕਰੋਨਾ ਵਾਇਰਸ। ਉਹ ਕਹਿੰਦੇ ਟਿਲ ਅਗਸਤ ਅਸੀਂ ਹੋਰ ਕੁਝ ਨਹੀਂ ਖੋਲਾਂਗੇ। ਡੇ ਕੇਅਰ ਦੇ ਵਿੱਚ ਜਿਹੜੀ ਉਹ ਪੂਰੀ ਗਿਣਤੀ ਹੈਗੀ ਆ, ਉਹ ਅਸੀਂ 50% ਕਰਤੀ। ਡੇ ਕੇਅਰ ਦੇ ਵਿੱਚ ਇਸ ਤੋਂ ਜ਼ਿਆਦਾ ਗਿਣਤੀ ਅਸੀਂ ਨਹੀਂ ਰੱਖਾਂਗੇ। ਐਂਡ ਉਸ ਤੋਂ ਬਾਅਦ ਕਿਊਬੈਕ ਦੇ ਪ੍ਰੀਮੀਅਰ ਜਿਹੜੇ ਉਹਨਾਂ ਨੇ ਇੱਕ ਖਾਸ ਗੱਲ ਅਨਾਉਂਸ ਕੀਤੀ ਹੈ ਜਿਹੜੀ ਮੈਂ ਵੀ ਦੱਸਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਗੱਲ ਹੋਈ ਸੀ ਕਿ ਹਰਡ ਇਮਿਊਨਿਟੀ ਇਹਦੇ ਕਰਕੇ ਸਾਰੇ ਖੋਲ ਰਹੇ ਆ। ਉਹ ਕਹਿੰਦੇ ਨੋ, ਇਟਸ ਨਾਟ ਲਾਈਕ ਦੈਟ। ਸਾਡਾ ਚੰਗਾ ਕੰਟਰੋਲ ਹੈ ਕਰੋਨਾ ਵਾਇਰਸ ਦੇ ਉੱਪਰ, ਔਰ ਸਭ ਤੋਂ ਵਧੀਆ ਗੱਲ ਹੈ ਸਾਡਾ ਚੰਗਾ ਕੰਟਰੋਲ ਹੈ, ਅੰਡਰ ਕੰਟਰੋਲ ਹੈ। ਹਸਪੀਟਲਾਈਜ਼ ਜਿਹੜੇ ਲੋਕ ਨੇ ਉਹਨਾਂ ਦੀ ਸਿਚੁਏਸ਼ਨ, ਉਹਨਾਂ ਨੂੰ ਵੇਖਦੇ ਹੋਏ ਅਸੀਂ ਓਪਨ ਕਰ ਰਹੇ
Okay. ਸੋ ਵਿਚ ਇਜ਼ ਗੁੱਡ Yeah, that is very ਦੈਟਸ good. ਵੈਰੀ ਗੁੱਡ ਨਿਊਜ਼ ਜੀ। ਤੇ ਜੇ ਆਪਾਂ ਗੱਲ ਕਰਦੇ ਆ ਬਿਜ਼ਨੈਸਸ ਦੀ ਉਹ ਅੱਜ ਅਨਾਉਂਸਮੈਂਟ ਹੋਣੀ ਹੈ ਵੀ ਕਿਹੜੇ ਤੇ ਕਦੋਂ ਓਪਨ ਹੋਣ So ਜਿਹੜੇ ਹੁਣ restaurants ਦੀ ਉਡੀਕ Yes. ਕਰਦੇ ਆ any of those things ਦੱਸ ਰਹੇ ਵੀ ਅਸੀਂ ਕਿਤੇ ਬਾਹਰ ਜਾਈਏ I ਹੋ ਸਕਦਾ know, ਉਹਦੇ ਵਿੱਚ ਹੋਣ ਬਿਲਕੁਲ। ਓਕੇ ਸੋ ਉਹਦੀ ਅਪਡੇਟ ਅਸੀਂ ਤਾਂ ਤੋਂ ਕੱਲ ਨੂੰ ਲਵਾਂਗੇ ਫਿਰ ਬਿਲਕੁਲ ਸਹੀ ਹੈ ਤੇ ਹੁਣ ਗੱਲ ਕਰਦੇ ਹਾਂ ਆਪਾਂ ਓਨਟਾਰੀਓ ਦੀ ਓਨਟਾਰੀਓ ਕਹਿੰਦਾ ਕਿ ਅਸੀਂ ਸਟੇजेस ਨਹੀਂ ਬਣਾਏ ਅਸੀਂ ਆਈ ਨਹੀਂ ਬਣਾਇਆ ਵੀ ਇੱਕ ਦਿਨ ਦੇਤਾ ਵੀ ਇਸ ਦਿਨ ਆ ਚੀਜ਼ ਖੋਲ ਦੇ ਉਹ ਕਹਿੰਦੇ ਇਹ ਰੋਡ ਮੈਪ ਬਣਾਇਆ ਅਸੀਂ ਇਟਸ ਨਾਟ ਅ ਕੈਲੰਡਰ ਰਾਈਟ ਰੋਡ ਮੈਪ ਦੇ ਵਿੱਚ ਅਸੀਂ ਇਹ ਦੇਖਾਂਗੇ ਵੀ ਕੀ ਠੀਕ ਹੋ ਰਿਹਾ ਜੇ ਠੀਕ ਹੋ ਰਿਹਾ ਤਾਂ ਉਹਨੂੰ ਅਪਲਾਈ ਕੀਤਾ ਜਾਏਗਾ ਜੇ ਨਹੀਂ ਠੀਕ ਹੋ ਰਿਹਾ ਫਿਰ ਅਪਲਾਈ ਨਹੀਂ ਕੀਤਾ ਜਾਏਗਾ ਵੈਰੀ ਗੁੱਡ ਸਟ੍ਰੈਟਜੀ ਹਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਪਹਿਲਾਂ ਅਸੀਂ ਇਹ ਨੋਟਿਸ ਕਰਾਂਗੇ ਕਿ ਇਹ 2 ਵੀਕ ਜਿਹੜਾ ਇਹ ਠੀਕ ਰਿਹਾ ਡੈਥ ਟੋਲ ਜਿਹੜੀ ਹੈ ਉਹ ਠੀਕ ਸੀ ਇਨਫੈਕਟਡ ਲੋਕ ਜਿਹੜੇ ਨੇ ਉਹ ਕੰਟਰੋਲਡ ਨੇ ਫਿਰ ਉਸ ਤੋਂ ਬਾਅਦ ਪਹਿਲਾਂ ਉਹ ਚੀਜ਼ਾਂ ਖੋਲਣਗੀਆਂ ਜਿੱਥੇ ਕਾਫੀ ਦੂਰ ਤੇ ਅਸੀਂ ਰਹਿ ਕੇ ਗੱਲਬਾਤ ਕਰ ਸਕਦੇ ਹਾਂ ਜਿਵੇਂ ਪਾਰਕ ਦੂਸਰੇ ਨੰਬਰ ਤੇ ਉਹ ਕਹਿੰਦੇ ਅਜਿਹੇ ਵਰਕ ਪਲੇਸ ਸੈਕੰਡ ਫੇਸ ਤੇ ਅਸੀਂ ਖੋਲਾਂਗੇ ਜਿਹਦੇ ਵਿੱਚ ਸਾਨੂੰ ਐਂ ਲੱਗੇ ਵੀ ਬਹੁਤ ਜ਼ਿਆਦਾ ਲੋਕ ਇਨਫੈਕਟਡ ਨਹੀਂ ਹੋਣਗੇ ਸੋ ਉਸ ਕਰਕੇ ਉਹ ਕਹਿੰਦੇ ਜਿਵੇਂ ਵੱਡੀਆਂ ਇੰਡਸਟਰੀਜ਼ ਹੈ ਜਿਹੜੀ ਤਾਂ ਹੁਣ ਕਈ ਛੋਟੀਆਂ ਅਸੈਂਸ਼ੀਅਲਸ ਤਾਂ ਓਪਨ ਹੈ ਜਿਵੇਂ ਮੀਟ ਹੈ ਐਂ ਲੋਕ ਨਾਲ ਖੜੇ ਹੋ ਕੇ ਕੰਮ ਕਰਦੇ ਨੇ ਲੇਕਿਨ ਜਿਹੜੀਆਂ ਵੱਡੀਆਂ ਇੰਡਸਟਰੀਜ਼ ਨੇ ਜਿਨ੍ਹਾਂ 'ਚ ਦੂਰ ਦੂਰ ਲੋਕ ਖੜੇ ਹੋਣੇ ਆ ਫਿਰ ਉਹ ਓਪਨ ਹੋਣਗੀਆਂ ਫਿਰ ਛੋਟੀਆਂ ਗੈਦਰਿੰਗਸ ਓਪਨ ਹੋਣਗੀਆਂ ਐਂਡ ਤੇ ਥਰਡ ਫੇਸ ਦੇ ਵਿੱਚ ਲਾਰਜ ਗੈਦਰਿੰਗ ਪਬਲਿਕ ਗੈਦਰਿੰਗ ਜਿਹੜੀ ਹੈ ਉਹ ਓਪਨ ਕੀਤੀ ਜਾਣੀ ਸੋ ਉਹਨਾਂ ਨੇ ਸਪੈਸੀਫਿਕ ਡੇਟ ਨਹੀਂ ਦੱਸੀ ਬਟ ਇਸੇ ਹਿਸਾਬ ਨਾਲ ਜੇ BC ਦੀ ਗੱਲ ਕਰਦੇ ਹਾਂ ਬੌਨੀ ਹੈਨਰੀ ਦੀ ਉਹ ਕਹਿੰਦੇ ਜਿਵੇਂ ਉਹਨਾਂ ਨੇ ਰੋਡ ਮੈਪ ਬਣਾਇਆ ਨਾ ਮੈਂ ਮੇਡ ਇਨ BC ਪਲਾਨ ਬਣਾਣੀ ਸੋ ਵਿਚ ਇਜ਼ ਵੈਰੀ BC I love that doctor BC ਪਲਾਨ ਹਨਾ ਹਾਂਜੀ ਸੋ ਉਹ ਕਹਿੰਦੇ ਵੀ ਦੇਖੋ 25 ਕੇਸਿਸ ਇੱਕ ਪੋਲਟਰੀ ਚ ਹੈ 34 ਜਿਹੜੀ ਦੂਸਰੀ ਚ ਹੈ ਜਿਹੜੀ ਆਪਣੀ ਮਿਸ਼ਨ ਹੈਗਾ ਉਹਦੇ ਵਿੱਚ 118 ਕੇਸਿਸ ਹੋਏ ਨੇ ਮਿਸ਼ਨ ਦੇ ਜਿਹੜੇ ਇੰਸਟੀਚਿਊਟ ਹੈ ਜਿਹੜਾ ਆਪਣੇ ਵੂਮਨ ਸੈਂਟਰ ਉਹ ਹੈਗਾ ਉਹ ਕਹਿੰਦੇ ਵੀ ਮੈਂ ਹੁਣ ਹਲੇ ਬਹੁਤ ਧਿਆਨ ਨਾਲ ਦੇਖ ਰਹੀ ਹਾਂ ਲੇਕਿਨ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਦੇਰ ਦੇ ਵਿੱਚ ਛੋਟੇ ਬੱਚਿਆਂ ਦੇ ਸਕੂਲ ਅਸੀਂ ਵੀ ਓਪਨ ਕਰ ਦਿਆਂਗੇ ਸੋ ਐਲੀਮੈਂਟਰੀ ਸਕੂਲਸ ਵਿਲ ਬੀ ਓਪਨ ਸੂਨ ਗੁੱਡ ਸੂਨ ਦੀ ਗੱਲ ਕੀਤੀ ਹੈ ਬਟ ਇੱਕ ਹੋਰ ਖਾਸ ਗੱਲ ਹੈ ਬਹੁਤ ਸਾਰੇ ਲੋਕ ਅੱਜ ਵੇਟ ਕਰ ਰਹੇ ਸੀਗੇ ਵੀ ਗੋਲਫ ਕੋਰਸਸ ਜਿਹੜੇ ਨੇ ਉਹ ਓਪਨ ਹੋਣ ਜੀ ਵੈਨਕੂਵਰ ਦੇ 3 ਵੱਡੇ ਗੋਲਫ ਕੋਰਸ ਹੈ ਜਿਹਦੇ ਵਿੱਚੋਂ 2 ਵੱਡੇ ਗੋਲਫ ਕੋਰਸ ਐਸ ਮੇ 1 ਨੂੰ ਓਪਨ ਹੋ ਰਹੇ wow that's great news Yes. golf lovers ਵਾਸਤੇ definitely ਐਗਜ਼ੈਕਟਲੀ yeah that's ਬਿਲਕੁਲ really ਸਹੀ good. ਗੱਲ ਹੈ That's ਸੋ good. ਇਹ ਸੀ ਜੀ ਸਾਡੀ ਅੱਜ ਦੀ ਇਹ ਵਾਲੀ ਅਪਡੇਟ I think ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਮੈਂ ਨੋਟ ਕੀਤੀ ਇਹਦੇ ਵਿੱਚ ਉਹ ਸੋਸ਼ਲ ਡਿਸਟੈਂਸਿੰਗ ਦਾ ਆ ਕਿ ਤੁਸੀਂ ਇਹ ਕੰਟੀਨਿਊ ਕਰੋ because I think that's something that's going to go on for a long time ਬਿਲਕੁਲ। so practice your social distancing Yes. because ਇਹੀ ਕੰਮ ਹੋਣੀ ਆ ਬਿਲਕੁਲ Yeah. ਸਹੀ ਹੈ ਹਾਂ ਬਿਲਕੁਲ Okay. ਜੀ ਬਾਕੀ ਆਪਾਂ ਕੱਲ ਤੁਸੀਂ ਇੱਕ ਬ੍ਰੇਕਿੰਗ ਨਿਊਜ਼ ਦਿੱਤੀ ਸੀ ਚੈਨਲ ਪੰਜਾਬੀ ਤੇ ਜਦੋਂ we found out unfortunately ਨਿਊ ਵੈਸਟਮਿੰਸਟਰ ਦੇ ਵਿੱਚ ਰਹਿ ਰਹੇ right. ਨਿਰਲਾ ਸ਼ਰਮਾ ਉਹਨਾਂ ਦੀ ਕੱਲ ਬਾਡੀ ਜੋ ਕਿ RCMP ਨੂੰ ਲੱਭੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਇਟਸ ਅ ਡੈਵਸਟੇਟਿੰਗ ਐਂਡ ਟੂ ਦੈਟ ਸਟੋਰੀ ਦੈਟਸ ਰਾਈਟ ਸਰੀ ਦੇ ਵਿੱਚ ਨਾ ਆਪਾਂ ਇਹ ਨਿਊਜ਼ ਸਭ ਤੋਂ ਪਹਿਲਾਂ ਚੈਨਲ ਪੰਜਾਬੀ ਦੇ ਉੱਪਰ ਕਵਰ ਵੀ ਕੀਤੀ ਸੀਗੀ ਸੁਖੀ ਜਿਹਦੇ 'ਚ ਆਪਾਂ ਇਹ ਫੈਬਰਰੀ 23rd 24th ਨੂੰ ਇੱਕ ਨਿਊਜ਼ ਦਿੱਤੀ ਸੀ ਕਿ ਇੱਕ ਔਰਤ ਜਿਹੜੀ ਲਾਪਤਾ ਹੈ ਜੀ ਹਨਾ ਉਸ ਤੋਂ ਬਾਅਦ ਉਹਨਾਂ ਦੀ ਡਾਟਰ ਨੇ ਬਹੁਤ ਵਾਰੀ ਅਨਾਉਂਸਮੈਂਟਸ ਕੀਤੀਆਂ ਕਿ ਮੇਰੀ ਮਦਰ ਜਿਹੜੇ ਆ ਉਹ ਨਹੀਂ ਮਿਲ ਰਹੇ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਜਦੋਂ ਫੁਟੇਜ ਮਿਲੀ ਨਾ ਜਗ੍ਹਾ ਜਗ੍ਹਾ ਕਲੋਨੀ ਦੇ ਵਿੱਚੋਂ ਜਿੱਥੇ ਉਹ ਰਹਿੰਦੇ ਸੀ ਜਿਹੜੀ ਜਗ੍ਹਾ ਤੇ ਕਿ ਉਹ 4 ਵਜੇ ਬਾਹਰ ਨਿਕਲੇ ਉਹ ਡੌਗ ਨੂੰ ਲੈ ਕੇ ਗਏ ਡੌਗ ਨੂੰ ਲੈ ਕੇ ਵਾਪਸ ਆਏ ਫਿਰ ਉਹ ਕਿਸੇ ਹੋਰ ਸਾਈਡ ਵੱਲ ਜਾਣਾ ਸ਼ੁਰੂ ਕੀਤਾ ਔਰ ਕਿਸੇ ਅੰਦਰਲੇ ਬਿਜ਼ਨੈਸਸ ਤੋਂ ਉਹਨਾਂ ਦੇ ਬਾਹਰ ਤੁਰੇ ਜਾਂਦਿਆਂ ਦੀ ਪਿਕਚਰ ਜਿਹੜੀ ਸੀ ਉਹ ਵੀ ਨਸ਼ਰ ਹੋਈ ਸੀ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਹੋਪ ਸੀ ਕਿ ਸਾਡੀ ਮਦਰ ਕਦੇ ਵਾਪਸ ਆ ਜਾਏਗੀ ਲੇਕਿਨ ਪ੍ਰੋਬਲਮ ਇਹ ਹੈ ਵੀ ਹੁਣ ਇੱਕ ਗੱਲ ਜ਼ਰੂਰ ਜਿਹੜੀ ਹੈ ਉਹ ਆਊਟ ਆਫ ਦ ਬਾਕਸ ਵਾਲੀ ਲੱਗ ਰਹੀ ਹੈ ਵੀ ਜੇ ਤਾਂ ਹੁੰਦੀ ਨਾ ਵੀ ਫੈਬਰਰੀ 23rd ਨੂੰ ਗਏ ਤੇ ਉਹ ਕਿਤੇ ਫਰੇਜ਼ਰ ਰਿਵਰ ਦੇ ਵਿੱਚ ਗਿਰ ਗਏ ਉਸ ਤੋਂ ਬਾਅਦ 2 ਮਹੀਨੇ ਉਹਨਾਂ ਦੀ ਬਾਡੀ ਜਿਹੜੀ ਹੈ ਉਹ ਨੀਚੇ ਪਈ ਰਹੀ 2 ਮਹੀਨੇ ਦੇ ਵਿੱਚ ਬਾਡੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਖਰਾਬ ਹੋ ਸਕਦੀ ਸੀ ਔਰ ਫਰੇਜ਼ਰ ਕਾਫੀ ਡੂੰਘੀ ਹੈ ਡੂੰਗੀ ਹੋਣ ਦੇ ਨਾਲ ਇਹ ਜਿਹੜੀ ਹੈ ਨਾ ਉੱਥੇ ਪਾਣੀ ਦਾ ਵਹਾਅ ਵੀ ਕਾਫੀ ਹੈ ਮੰਨਿਆ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਚੀਜ਼ ਫਸ ਜਾਂਦੀ ਹੈ ਤਾਂ ਬਾਡੀ ਪਈ ਰਹਿੰਦੀ ਹੈ ਲੇਕਿਨ ਵਹਾਅ ਦੇ ਨਾਲ ਹੁਣ ਤੱਕ ਬਾਡੀ ਦਾ ਕੁਝ ਪਤਾ ਆਈ ਨਹੀਂ ਸੀ ਲੱਗ ਸਕਦਾ ਹਾਂ ਡੀਕੰਪੋਜ਼ ਹੋ ਸਕਦੀ ਸੀ ਲੇਕਿਨ ਆਲ ਆਫ ਸਡਨ 2 ਮਹੀਨੇ ਦੇ ਬਾਅਦ ਉਹ ਬਾਡੀ ਮਿਲਣੀ ਇਹ 2 ਮਹੀਨੇ ਨੀਰਲਾ ਸ਼ਰਮਾ ਕਿੱਥੇ ਸੀ ਇਹ 2 ਮਹੀਨੇ ਪਹਿਲਾਂ ਡੈਥ ਹੋਈ ਹੈ ਜਾਂ ਹੁਣ ਡੈਥ ਹੋਈ ਹੈ ਇਹ ਸਾਰਾ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਇਸ ਕੇਸ ਦੇ ਵਿੱਚ ਕੁਝ ਖਾਸ ਗੱਲ ਇਹ ਵੀ ਸੀਗੀ ਕਿ ਨੀਰਲਾ ਸ਼ਰਮਾ ਜਿਹੜੀ ਸੀ ਉਹਨਾਂ ਦੇ ਹਸਬੈਂਡ ਦੇ ਉੱਪਰ ਵੀ
ਐਸੇ ਜਨਵਰੀ ਦੇ ਵਿੱਚ ਚਾਰजेस ਲੱਗੇ ਸੀ ਅਟਰਿੰਗ ਥ੍ਰੈਟ ਤੇ Right. ਤੇ ਨਾਲ ਬੋਡੀਲੀ ਹਾਰਮ। ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਸੀ ਕਿ ਉਹ ਆਪਣੇ ਘਰ ਦੇ ਆਲੇ ਦੁਆਲੇ ਨਹੀਂ ਜਾ ਸਕਦੇ, ਬਟ ਉਹ ਜਿਸ ਦਿਨ ਨਿਰਲਾ ਸ਼ਰਮਾ ਮਿਸਿੰਗ ਸੀ, ਜਿਸ ਦਿਨ ਹੋਏ ਨੇ ਉਸ ਦਿਨ ਉਹ ਘਰ ਦੇ ਵਿੱਚ ਸੀ। ਉਸ ਤੋਂ ਬਾਅਦ ਉਹਨਾਂ ਨੇ ਡਾਟਰ ਨੂੰ ਪੁੱਛਿਆ ਕਿ ਵੇਅਰ ਇਜ਼ ਯੂਰ ਮਾਂ। ਉਸ ਤੋਂ ਬਾਅਦ ਇਹ ਸਾਰੀ ਸਰਚ ਸ਼ੁਰੂ ਹੋਈ ਹੈ। ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਰਚ ਦੇ ਵਿੱਚ ਫਿਰ ਤੋਂ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਇਹ ਨਹੀਂ ਮੈਂ ਕਹਿ ਰਹੀ ਹੈਗੀ ਵੀ ਇੱਥੇ ਕੋਈ ਨਾ ਕੋਈ ਗਲਤ ਗੱਲ ਹੈ, ਕਿਉਂਕਿ ਹਲੇ ਕੋਰਟ ਦੇ ਵਿੱਚ ਕੁਝ ਵੀ ਪ੍ਰੂਵ ਨਹੀਂ ਹੋਇਆ। Right. ਪ੍ਰੂਵ ਨਹੀਂ ਹੋਇਆ ਮਤਲਬ ਕੁਝ ਵੀ ਨਹੀਂ ਹੋਇਆ। ਜਦੋਂ ਤੱਕ ਜਿਹੜੀ ਕੋਰਟ ਹੈ ਉਹ ਸਟੈਂਪ ਨਹੀਂ ਲਗਾ ਦਿੰਦੀ ਕਿ ਇਹ ਵਿਅਕਤੀ ਜਿਹੜਾ ਹੈ ਕਨਵਿਕਟਡ ਹੈ, ਉਦੋਂ ਤੱਕ ਉਹਨੂੰ ਕਨਵਿਕਟਡ ਕਿਹਾ ਨਹੀਂ ਜਾ ਸਕਦਾ। ਲੇਕਿਨ ਇਹਦੇ ਵਿੱਚ ਇੱਕ ਕੁਐਸਚਨ ਰੇਜ਼ ਜ਼ਰੂਰ ਹੁੰਦਾ, ਬਟ ਇਟਸ ਰੀਲੀ ਸੈਡ। It is. Suicide ਦੀ ਵੀ questions raise ਹੁੰਦੀਆਂ ਆ। ਸੁਸਾਈਡ ਦੇ ਜ਼ਰੂਰ ਕੁਐਸਚਨਸ ਰੇਜ਼ ਹੁੰਦੀਆਂ, ਲੇਕਿਨ ਸੁਸਾਈਡ ਜੇ ਉਸ ਦਿਨ ਹੋਇਆ ਤਾਂ ਹੋਰ ਗੱਲ ਹੈ, ਜੇ ਉਸ ਤੋਂ ਬਾਅਦ ਹੋਇਆ ਤਾਂ ਔਰਤ ਗਈ ਕਿੱਥੇ ਇੰਨੀ ਦੇਰ। ਕਾਫੀ ਕੁਝ ਕੁਐਸਚਨਸ ਆ। ਆਈ ਹੋਪ ਕਿ ਇਨਵੈਸਟੀਗੇਸ਼ਨ ਥੋੜੀ ਜਲਦੀ ਉਹ ਕਰਕੇ ਨਾ ਪਤਾ ਲਗਾ ਸਕਣ, ਕਿਉਂਕਿ ਬੱਚੇ ਕਾਫੀ ਜ਼ਿਆਦਾ ਅਪਸੈਟ ਉਹਨਾਂ ਦੇ ਵੀ ਮਨ ਨੂੰ ਸਕੂਨ ਕਿਤੇ ਮਿਲੇ। ਬਿਲਕੁਲ। ਐਂਡ ਸ਼ੀ ਵਾਸ ਵੈਰੀ ਮਚ ਇਨਵੋਲਵਡ ਇਨ ਸੋਸਾਇਟੀ। ਹਾਂ, ਤੇ ਉਹਨਾਂ ਦੀ ਡਾਟਰ ਜਿਹੜੀ ਸੀ ਬੜੇ ਸੋਹਣੇ ਕੰਮ ਕਰਦੀ ਸੀ, ਹਮੇਸ਼ਾ ਸਨੈਪਚੈਟ ਦੇ ਉੱਪਰ ਆਪਣੀ ਮਾਮ ਦੇ ਨਾਲ ਪਿਕਚਰਸ ਪਾਉਂਦੀ ਹੁੰਦੀ ਸੀ ਕਿ ਮਾਮ ਮੇਰੀ ਸਪੋਰਟ ਕਰ ਰਹੀ ਹੈ। ਸੋ ਅਜਿਹੇ ਬੱਚੇ ਵਾਸਤੇ ਆਲ ਆਫ ਸਡਨ ਮਾਂ ਦਾ ਪਰਮਾਨੈਂਟਲੀ ਚਲਿਆ ਜਾਣਾ, ਇਟਸ ਨਾਟ ਈਜ਼ੀ। Yeah, our thoughts definitely go to the family during this time. Yes. ਬਿਲਕੁਲ। ਅੰਮ੍ਰਿਤ, ਆਪਾਂ ਜੇ ਕੋਈ ਵੀ ਪੋਇਜ਼ਨ ਕੰਟਰੋਲ ਸੈਂਟਰ ਨੂੰ ਫੋਨ ਕਰੀਏ, ਮੈਨੂੰ ਲੱਗਦਾ ਤੁਹਾਡਾ ਹਾਸਾ ਨਿਕਲ ਗਿਆ, ਤੁਹਾਨੂੰ ਪਤਾ ਮੇਰਾ ਜ਼ਿਕਰ ਕਿੱਧਰ ਨੂੰ ਹੋ ਰਿਹਾ ਆ। ਆਪਾਂ ਕਿਸੇ ਵੀ ਪੋਇਜ਼ਨ ਕੰਟਰੋਲ ਸੈਂਟਰ ਨੂੰ ਆਪਾਂ ਫੋਨ ਕਰੀਏ ਤੇ ਉਹਨਾਂ ਨੂੰ ਕਹੀਏ ਵੀ ਸਾਡਾ ਅੱਜ ਦਿਲ ਕਰਦਾ ਵੀ ਅਸੀਂ ਬਲੀਚ ਪੀਏ ਜਾਂ ਲਾਈਸੋਲ ਇੰਜੈਸਟ ਕਰੀਏ, ਉਹਨਾਂ ਦਾ ਜਵਾਬ ਕੀ ਹੋਗਾ ਤੁਹਾਡੇ ਖਿਆਲ ਦੇ ਵਿੱਚ? ਦੇਖੋ ਜੀ, ਦੋ ਵੱਖਰੇ ਜਵਾਬ ਮਿਲ ਸਕਦੇ ਨੇ। ਜੇ ਤਾਂ ਤੁਸੀਂ ਕੰਟਰੋਲ ਸੈਂਟਰ ਨੂੰ, ਪੋਇਜ਼ਨ ਕੰਟਰੋਲ ਸੈਂਟਰ ਨੂੰ ਕਹੋਗੇ, ਉਹ ਤਾਂ ਕਹਿਣਗੇ ਨੋ 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 ਨੋ, ਰਾਈਟ। ਜੇ ਤੁਸੀਂ ਟਰੰਪ ਨੂੰ ਪੁੱਛੋਗੇ, ਹਨਾ, ਮਿਸਟਰ ਟਰੰਪ, ਉਹ ਕੁਝ ਵੀ ਕਹਿ ਸਕਦੇ। ਆਪਣੀ ਕੰਟਰੀ ਦੇ ਪ੍ਰੈਜ਼ੀਡੈਂਟ ਨੂੰ ਪੁੱਛੋ ਵੀ ਅਸੀਂ ਪੀ ਸਕਦੇ ਲਾਈਸੋਲ, ਤੇ ਉਹ ਕਹੂਗਾ ਬਿਲਕੁਲ। ਤੁਸੀਂ ਕਿਹਦੀ ਮੰਨੋਗੇ ਫਿਰ ਉਸ ਕੇਸ ਦੇ ਵਿੱਚ? ਹੁਣ ਇਹ ਤਾਂ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਮੰਨੋਗੇ ਕਿਹਦੀ, ਕਿਉਂਕਿ ਮਿਸਟਰ ਡੋਨਲਡ ਟਰੰਪ ਉਹ ਅਜੀਬ ਜਿਹੀਆਂ ਸਟੇਟਮੈਂਟਸ ਦੇਣ ਵਾਸਤੇ ਫੇਮਸ ਨੇ। ਉਹਨਾਂ ਨੂੰ ਸਟੇਟਮੈਂਟਸ ਦੇਣਾ, ਟਵੀਟ ਕਰਨਾ ਉਹਨਾਂ ਦੇ ਸੁਭਾਅ ਦੇ ਵਿੱਚ। ਇੱਕ ਵਾਰੀ ਜਦੋਂ ਫਲੋਰੀਡਾ ਦੇ ਵਿੱਚ ਬਹੁਤ ਵੱਡਾ ਹਰੀਕੇਨ ਆਇਆ, ਤੂਫਾਨ ਆਇਆ, ਉਹਨਾਂ ਨੇ ਸਾਇੰਟਿਸਟ ਨੂੰ ਪੁੱਛਿਆ ਵੀ ਕੈਨ ਵੀ ਨਿਊਕ ਦਿਸ, ਕੀ ਅਸੀਂ ਇਹਦੇ 'ਚ ਬੰਬ ਮਾਰ ਕੇ ਇਸ ਤੂਫਾਨ ਨੂੰ ਉਡਾ ਸਕਦੇ ਹਾਂ ਵੀ। ਉਸ ਤੋਂ ਬਾਅਦ ਇੱਕ ਵਾਰੀ ਦੁਬਾਰਾ ਪੜ੍ਹਨੀ ਪਈ ਉਹ ਨਿਊਜ਼ ਵੀ ਸੱਚੀ ਮੁੱਚੀ। ਸੋ ਇਸ ਕਰਕੇ ਸੁੱਖੀ ਜੀ ਉਹ ਗੱਲ ਕਰਦੇ ਆ ਨਾ, ਫਿਰ ਤਾਂ ਮਿਸਟਰ ਟਰੰਪ ਤਾਂ ਕੁਝ ਵੀ ਕਹਿ ਸਕਦੇ ਆ। ਉਹਨਾਂ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕੀਤੀ ਸੀ। ਉਹ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਅਸੀਂ ਡਿਸਇਨਫੈਕਟ ਕਰਨਾ ਹੈ ਕੋਈ ਵੀ ਸਰਫੇਸ ਹੈ ਜਿਹੜਾ, ਉਦੋਂ ਬਲੀਚ ਤੇ ਲਾਈਸੋਲ ਨਾਲ ਇੰਨੀ ਕੁ ਦੇਰ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਉਹ ਮਰ ਜਾਂਦਾ। ਉਹਨਾਂ ਨੇ ਕਿਹਾ ਕਿ ਫਿਰ ਕੀ ਇਹ ਬਲੀਚ ਜਾਂ ਲਾਈਸੋਲ ਜਿਹੜਾ ਇਹ ਇੰਜੈਕਟ ਕਰਕੇ ਇਨਸਾਈਡ ਪਾ ਕੇ ਉਹਨੂੰ ਠੀਕ ਨਹੀਂ ਕੀਤਾ ਜਾਂਦਾ। ਬਟ ਜਿਹੜੀ ਬੁਰੀ ਖਬਰ ਹੈ ਉਹ ਇਹ ਹੈ ਕਿ ਮਿਸਟਰ ਟਰੰਪ ਦੇ ਅਜਿਹੇ ਅਨਬਲੀਵੇਬਲ ਕਮੈਂਟ ਦੇ ਉੱਪਰ ਲੋਕਾਂ ਨੇ ਰਿਐਕਟ ਕੀਤਾ। ਮੈਰੀਲੈਂਡ ਦੇ ਵਿੱਚ 100 ਤੋਂ ਉੱਪਰ ਫੋਨ ਕਾਲਸ ਪੋਇਜ਼ਨ ਕੰਟਰੋਲ ਸੈਂਟਰ ਨੂੰ ਆਈਆਂ ਕਿ ਕੀ ਅਸੀਂ ਲਾਈਸੋਲ ਪੀ ਸਕਦੇ ਹਾਂ, ਵਾਓ, ਕੀ ਅਸੀਂ ਬਲੀਚ ਨੂੰ ਇੰਜੈਕਟ ਕਰ ਸਕਦੇ ਹਾਂ। ਔਰ 100 ਦੇ ਨੇੜੇ ਤੇੜੇ ਲੋਕਾਂ ਨੇ ਇਹ ਕੀਤਾ, ਐਂਡ 30 ਕੇਸਿਸ ਜਸਟ ਇਨ ਨਿਊਯਾਰਕ ਸਟੇਟ। ਵਾਓ। ਕਿੱਥੋਂ ਤੱਕ ਲੋਕ ਇੱਕ ਸੋਚਦੇ ਕਾਮਨ ਸੈਂਸ ਨਹੀਂ ਜਾਂ ਕਿ ਡਰ ਗਏ ਆ, ਜਾਂ ਉਹ ਵਾਕਿਆ ਆਪਣੇ ਪ੍ਰੈਜ਼ੀਡੈਂਟ ਦੇ ਉੱਤੇ ਇੰਨਾ ਉਹ ਐਤਬਾਰ ਕਰਦੇ ਆ, ਰਾਈਟ? ਵਾਟ ਇਜ਼ ਇਟ? ਸੁਖੀ, ਫੇਥ ਦੀ ਗੱਲ ਨਹੀਂ ਹੈਗੀ। ਜਿਸ ਦਿਨ ਜਦੋਂ ਵੀ ਇਹ ਜਿਹੜੀ ਹੈ ਸਟੇਟਮੈਂਟ ਦਿੱਤੀ ਗਈ ਸੀ ਮਿਸਟਰ ਟਰੰਪ ਦੇ ਵੱਲੋਂ, ਰਾਈਟ ਅਵੇ ਲਾਈਸੋਲ ਨੇ, ਡਿਟੋਲ ਨੇ, ਕਲੋਰੈਕਸ ਨੇ, ਜਿੰਨੇ ਵੀ ਵੱਡੇ ਸਾਰੇ ਡਿਸਇਨਫੈਕਸ਼ਨ ਵਾਲੇ ਉਹ ਨੇ ਜਿਹੜੇ CEO ਨੇ ਉਹਨਾਂ ਕੰਪਨੀਆਂ ਦੇ, ਉਹਨਾਂ ਨੇ ਰਾਈਟ ਅਵੇ ਸਟੇਟਮੈਂਟਸ ਦਿੱਤੀਆਂ, ਪਲੀਜ਼ ਡੂ ਨਾਟ ਡਰਿੰਕ। ਉਹ ਘਬਰਾ ਗਏ ਆਬਵੀਅਸਲੀ, ਬਿਕਾਜ਼ ਸੱਚੀ ਮੁੱਚੀ ਫਿਰ ਮੁੜ ਕੇ ਲਾਸੂਟਸ ਤਾਂ ਉਹਨਾਂ ਨੂੰ ਲਾਸੂਟ ਇਹੀ ਗੱਲ ਹੈ। ਉਹ ਕਹਿੰਦੇ ਵੀ ਜੇ ਤੁਸੀਂ ਇਹੋ ਜਿਹਾ ਕੁਝ ਕਰੋਗੇ ਮਿਸਟਰ ਟਰੰਪ ਦੇ ਕਹਿਣ ਦੇ ਉੱਤੇ, ਇਹ ਸਾਡੀ ਰਿਸਪੌਂਸਿਬਿਲਿਟੀ ਨਹੀਂ ਹੋਣੀ। ਐਗਜ਼ੈਕਟਲੀ। ਮਿਸਟਰ ਟਰੰਪ ਨੇ ਬਾਅਦ ਦੇ ਵਿੱਚ 2-4 ਵਾਰੀ ਇਹਨੂੰ ਕਰ ਵੀ ਦਿੱਤਾ ਜੀ ਮੈਂ ਤਾਂ ਜੀ ਮਜ਼ਾਕ ਕਰ ਰਿਹਾ ਸੀ, ਬਟ ਇਹ ਮਜ਼ਾਕ ਦੀ ਥਿੰਗ ਨਹੀਂ ਹੈ। ਔਰ ਤੁਸੀਂ ਮਜ਼ਾਕ ਦੀ ਪੋਜੀਸ਼ਨ 'ਚ ਨਹੀਂ ਹੋ, ਤੁਸੀਂ ਇੱਕ ਆਮ ਵਿਅਕਤੀ ਨਹੀਂ ਹੋ ਕਿ ਤੁਸੀਂ ਮਜ਼ਾਕ ਕੀਤਾ ਤੇ ਉਸ ਤੋਂ ਬਾਅਦ ਯੂ ਆਰ ਅ ਰੋਲ ਮਾਡਲ ਫॉर ਮਿਲੀਅਨਸ ਆਫ ਪੀਪਲ। ਜੋ ਤੁਸੀਂ ਕਹਿ ਰਹੇ ਹੋ ਸਾਰੇ ਸੁਣ ਰਹੇ ਆ, ਬਹੁਤ ਗੌਰ ਦੇ ਨਾਲ ਸੁਣ ਰਹੇ ਆ। 30 ਪੀਪਲ ਇਨ ਨਿਊਯਾਰਕ ਸਟੇਟ ਮਾਇਨੇ ਰੱਖਦੇ ਨੇ।
ਜਿਹੜੀ ਆਮ ਕੋਈ ਗਲਤੀ ਨਾਲ ਪੀ ਲੈਂਦਾ ਉਹਦੇ ਨਾਲੋਂ ਕਿਤੇ ਜ਼ਿਆਦਾ ਨੰਬਰਸ ਨੇ ਇਹ ਰਾਈਟ ਔਰ 100 ਦੇ ਕਰੀਬ ਸਾਰੇ ਦੇ ਸਾਰੇ ਅਮਰੀਕਾ ਦੇ ਵਿੱਚ ਹੋਏ ਵੇ ਨੇ ਸੋ ਆਪਾਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਜਿੰਨੀ ਵੀ ਜਨਤਾ ਸਾਡੀ ਵੇਖ ਰਹੀ ਹੈ ਜੀ ਪਲੀਜ਼ don't do it Yes. and koi bhi tanu lagda hai definitely check with your doctor or the poison control center before you decide to ingest. Still don't do it. Don't do it. Still don't do it. Amrit, lastly ਜਿਹੜੀ CERB ਆ ਉਹਦੇ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਨੇਡਾ ਵਿੱਚ ਰਹਿ ਰਹੇ ਸੀ ਉਹਨਾਂ ਨੇ ਅਪਲਾਈ ਕੀਤਾ ਸੀਗਾ ਪਿਛਲੇ ਮਹੀਨੇ or this month actually the beginning and now ਜਿਹੜੀ next ਇਹਦੀ ਇੰਸਟਾਲਮੈਂਟ ਆ ਇਹਦੇ ਵਾਸਤੇ ਫਿਰ ਤੋਂ ਦੁਬਾਰਾ ਅਪਲਾਈ ਕਰਨਾ ਪਊਗਾ ਤੇ ਕਦੋਂ ਅਪਲਾਈ ਕਰਨਾ ਤੇ again ਥੋੜੇ ਜਿਹੇ ਰੈਗੂਲੇਸ਼ਨਸ ਬਿਲਕੁਲ CERB ਵਾਸਤੇ ਇੱਕ ਨਵਾਂ ਕੁਐਸਚਨ ਕਾਫੀ ਰੇਜ਼ ਹੋਇਆ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਇੱਕ ਤਾਂ CERB ਲੋਕਾਂ ਨੇ ਅਪਲਾਈ ਕੀਤੀ ਸੀ ਥਰੂ CRA ਹਾਂਜੀ ਠੀਕ ਹੈ ਕੈਨੇਡਾ ਰੈਵਨਿਊ ਏਜੰਸੀ ਇੱਕ ਅਪਲਾਈ ਕੀਤੀ ਸੀ ਸਰਵਿਸ ਕੈਨੇਡਾ ਤੋਂ ਸਰਵਿਸ ਕੈਨੇਡਾ ਹੁੰਦੀ ਹੈ ਜਿੱਥੇ ਅਸੀਂ ਅਨਐਮਪਲੋਇਮੈਂਟ ਅਪਲਾਈ ਕਰਦੇ ਹਾਂ ਜੀ ਅਨਐਮਪਲੋਇਮੈਂਟ ਜਦੋਂ ਅਸੀਂ ਅਪਲਾਈ ਕਰਦੇ ਹਾਂ ਨਾ ਤਾਂ ਉਹ ਉਹੀ ਰੂਲਿੰਗਸ ਲੈ ਕੇ ਉਹੀ ਸਾਰੇ ਫਾਰਮਸ ਦੇ ਹਿਸਾਬ ਨਾਲ ਉਹਨਾਂ ਨੇ ਚੱਕ ਕੇ ਇਹਨੂੰ ਟ੍ਰਾਂਸਫਰ ਕੀਤਾ ਟੂ CERB ਠੀਕ ਹੈ ਉਹ ਜੇ ਤਾਂ ਤੁਸੀਂ ਉਹਦੇ ਵਿੱਚ ਅਪਲਾਈ ਕੀਤਾ ਹੈ then there is no other way you have to still update just like ਤੁਸੀਂ ਅਨਐਮਪਲੋਇਮੈਂਟ ਜਿਹੜੀ ਅਪਡੇਟ ਕਰਦੇ ਹੋ ਹਰ 2 ਵੀਕ ਤੋਂ ਬਾਅਦ you have to go you have to fill up your forms you have to tell them everything you still don't have a job you still like all those documentations and then ਹਰ 2 ਵੀਕ ਬਾਅਦ bi-weekly you have to update right but if you applied from CRA then ਤੁਸੀਂ ਮੰਥਲੀ ਜਿਹੜਾ ਉਹਨੂੰ ਅਪਡੇਟ ਕਰਨਾ ਹੈ CRA ਦਾ ਫਾਰਮ ਨਾ ਸੁੱਖੀ ਬਹੁਤ ਜ਼ਿਆਦਾ ਸਿੰਪਲ ਹੈ 2 ਮਿੰਟ ਲੱਗਦੇ 2 ਮਿੰਟ ਲੱਗਦੇ ਆ 1 ਲਾਈਨ ਸੈਕੰਡ ਲਾਈਨ ਥਰਡ ਲਾਈਨ ਡਨ ਯਾ ਜਿਹੜੀ EI ਵਾਲਾ ਹੈਗਾ ਉਹ ਇਟਸ ਟੇਕਿੰਗ ਅ ਲੌਂਗ ਟਾਈਮ ਐਂਡ EI ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਰਵਿਸ ਕੈਨੇਡਾ ਦੇ ਵਿੱਚ ਆ ਰਹੀ ਹੈ ਨਾ ਉਹ ਕਹਿੰਦੇ ਵੀ ਜਦੋਂ ਲੋਕ ਕਹਿੰਦੇ ਨੇ ਵੀ ਸਾਨੂੰ ਜਿਹੜਾ ਹੈਗਾ ਪਤਾ ਨਹੀਂ ਲੱਗਦਾ ਵੀ ਸਾਡੇ ਵਾਸਤੇ ਇੰਨਾ ਲੰਬਾ ਫਾਰਮ ਕਿਉਂ ਆ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਕਾਲ ਕਰ ਲਓ 800 ਨੰਬਰ ਤੇ EI ਵਾਲੇ 800 ਨੰਬਰ ਤੇ ਉਹ ਕਹਿੰਦੇ ਇੱਕ ਵਿਅਕਤੀ ਨੇ ਕਾਲ ਕੀਤੀ ਹੀ ਕਾਲਡ 1500 ਟਾਈਮਸ ਵਾਓ 1500 ਟਾਈਮਸ ਪਹਿਲੀ ਗੱਲ ਤਾਂ ਇਹ ਦੇਖੋ ਵੀ ਇਹਦਾ ਮਤਲਬ ਉਸ ਵਿਅਕਤੀ ਨੂੰ ਲੋੜ ਕਿੰਨੀ ਹੈ ਪੈਸੇ ਹਾਂਜੀ ਹਾਂਜੀ ਜਿਹਨੇ ਨਹੀਂ ਵਾਰੀ ਫੋਨ ਕੀਤਾ ਅੱਜ ਲੋਕਾਂ ਦੇ ਕੋਲੇ ਤਨਖਾਹ ਹੈ ਨਹੀਂ ਅੱਜ ਲੋਕਾਂ ਦੇ ਕੋਲੇ ਗ੍ਰੋਸਰੀ ਵਾਸਤੇ ਪੈਸਾ ਹੈ ਨਹੀਂ ਜਦੋਂ ਉਸ ਲੋਕਾਂ ਨੂੰ ਜ਼ਰੂਰਤ ਹੈ ਤਾਂ 1500 ਵਾਰੀ ਲੋਕਾਂ ਨੇ ਕਾਲ ਕੀਤੀ ਹੈ ਉਹ ਕਹਿੰਦੇ ਫਿਰ ਵੀ EI ਦਾ ਫੋਨ ਨੰਬਰ ਨਹੀਂ ਮਿਲਿਆ ਰਾਈਟ ਵਾਓ ਸੋ ਉਹ ਸਿਚੁਏਸ਼ਨ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ ਸੋ ਜੇ ਤੁਸੀਂ ਕਾਲ ਕਰਨ ਦੀ ਬਜਾਏ ਆਪਣੀ EI ਨੂੰ ਜਿਵੇਂ ਅਪਡੇਟ ਕਰਦੇ ਹੋ ਉਸੇ ਹਿਸਾਬ ਨਾਲ bi-weekly ਅਪਡੇਟ ਕਰੋ bi-weekly ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਚੈੱਕ ਆਏਗਾ CERB ਦਾ ਜਿਹੜਾ ਦੂਸਰਾ ਅਗਲਾ ਚੈੱਕ ਹੈ ਉਹ ਵੀ ਤੁਹਾਨੂੰ ਮੰਥਲੀ ਅਪਡੇਟ ਕਰਨਾ ਪੈਣਾ ਜੇ ਮੈਂ ਅਪਲਾਈ ਕੀਤੀ ਹੈ ਨਾ ਸਪੋਜ਼ ਮੈਂ ਉਹਨਾਂ ਨੂੰ ਕਹੂੰਗੀ ਵੀ ਮੈਨੂੰ ਜੀ ਪਿਛਲੇ ਮਹੀਨੇ ਨਹੀਂ ਮਿਲਿਆ ਸਪੋਜ਼ ਕਰੋ ਮੈਨੂੰ 2 ਮਹੀਨੇ ਦੇ ਚੈੱਕ ਆ ਗਏ ਕਿਉਂਕਿ ਰਿਟਰੋਐਕਟਿਵ ਸੀ ਠੀਕ ਹੈ ਉਸ ਤੋਂ ਬਾਅਦ ਹੁਣ ਤੀਜੇ ਮਹੀਨੇ ਤਾਂ ਮੈਨੂੰ ਜਾ ਕੇ ਦੱਸਣਾ ਪੈਣਾ ਨਾ ਵੀ ਮੈਨੂੰ ਹਲੇ ਵੀ ਜੌਬ ਹੈ ਨਹੀਂ ਆਈ ਸਟਿਲ ਨੀਡ ਮਨੀ ਰਾਈਟ ਹਲੇ ਵੀ ਲੋੜ ਹੈ ਗਵਰਨਮੈਂਟ ਕੋਲ ਮਨੀ ਹੈ ਬਟ ਗਵਰਨਮੈਂਟ ਕੋਲ ਇੰਨੀ ਮਨੀ ਹਲੇ ਵੀ ਨਹੀਂ ਹੈ ਕਿਉਂਕਿ ਹਲੇ ਨਹੀਂ ਪਤਾ ਕੋਵਿਡ-19 ਕਦ ਤੱਕ ਚੱਲਣਾ ਸੋ ਐਵਰੀ ਸਿੰਗਲ ਸਟੈਪ ਜਿਹੜਾ ਅਸੀਂ ਲੈਂਦੇ ਆ ਉਹ ਮੋਨੀਟਰ ਹੈ ਸੋ ਸਾਨੂੰ ਵੀ ਧਿਆਨ ਨਾਲ ਅਪਲਾਈ ਕਰਨਾ ਚਾਹੀਦਾ ਜਿਹਨੂੰ ਨਹੀਂ ਜ਼ਰੂਰਤ ਹੈਗੀ ਬਿਲਕੁਲ ਅਪਲਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਗਵਰਨਮੈਂਟ ਨੇ ਅੱਜ ਹਜ਼ਾਰਾਂ ਲੱਖਾਂ ਡਾਲਰ ਉਹਨਾਂ ਦੇ ਆਏ ਫੜ ਕੇ ਖੜੇ ਹੋਏ ਨੇ ਵੀ ਸਾਰੇ ਕੋਵਿਡ-19 ਵਾਲੇ ਪੇਸ਼ੈਂਟ ਠੀਕ ਕਰਨੇ ਨੇ ਸੋ ਪਹਿਲੀ ਗੱਲ ਤਾਂ ਸਾਨੂੰ ਉਹ ਅਪਲਾਈ ਨਹੀਂ ਕਰਨਾ ਚਾਹੀਦਾ ਜੇ ਸਾਨੂੰ ਜ਼ਰੂਰਤ ਹੈ ਤਾਂ ਹਰ ਮਹੀਨੇ ਜੇ CRA ਨਾਲ ਅਪਲਾਈ ਕੀਤਾ ਤਾਂ ਤੁਸੀਂ ਹਰ ਮਹੀਨੇ ਕਰੋ ਨਹੀਂ ਤਾਂ ਫਿਰ bi-weekly ਜਿਹੜਾ ਉਹ ਅਪਡੇਟ ਕਰੋ Great. Thank you so much for that information, Amrit. No problem. So I look forward to another show with you tomorrow. Yes. Kalu fir to ਨਵੀਆਂ ਤਾਜ਼ੀਆਂ ਜੋ headlines ਆ ਬਿਲਕੁਲ ਜੀ ਬਿਲਕੁਲ ਤੁਹਾਨੂੰ ਲੈ ਕੇ ਤੇ will definitely ਤੁਹਾਡੇ ਰੂਬਰੂ ਹੋਵਾਂਗੇ so thank you again for the great information. No problem. Thank you so much, Sukhi. Great. ਤੇ ਜਿੱਦਾਂ ਤੁਹਾਨੂੰ ਸ਼ੋਅ ਦੇ ਸ਼ੁਰੂਆਤ ਦੇ ਵਿੱਚ ਮੈਂ ਦੱਸਿਆ ਸੀਗਾ ਅੱਜ ਸਾਡੇ ਨਾਲ ਨੇ the crown prince of ਭੰਗੜਾ also known as the original hipster folkster ਐਂਡ ਅਸੀਂ ਜਿਹੜੇ ਸਰੀ ਦੇ ਵਿੱਚ ਰਹਿੰਦੇ ਆ BC ਦੇ ਵਿੱਚ ਰਹਿੰਦੇ ਆ ਕੈਨੇਡਾ ਵਿੱਚ ਰਹਿੰਦੇ ਆ ਸਾਡੇ ਵਾਸਤੇ ਤਾਂ ਪਹਿਲਾਂ ਜਸਵਿੰਦਰ ਸਿੰਘ ਬੇਨ ਸੀਗੇ ਪਰ ਤੁਹਾਡੇ ਪਿਆਰ ਨੇ ਇਹਨਾਂ ਦੇ ਗੀਤ ਸੰਗੀਤ ਨੇ ਇਹਨਾਂ ਨੂੰ ਜੈਜ਼ੀ ਬੀ ਬਣਾਇਆ ਅੱਜ ਸੋ ਆਪ ਰਲ ਕੇ ਸਵਾਗਤ ਕਰੀਏ ਜੈਜ਼ੀ ਬੀ ਜੈਜ਼ੀ ਵੈਲਕਮ ਟੂ ਦਿਸ ਸ਼ੋਅ ਸਤਿ ਸ਼੍ਰੀ ਅਕਾਲ ਸੁਖੀ ਐਂਡ ਜਿੰਨੇ ਵੀ ਇਸ ਵੇਲੇ ਦੇਖ ਰਹੇ ਆ ਦੁਨੀਆ ਭਰ ਦੇ ਵਿੱਚ ਸਾਰਿਆਂ ਨੂੰ ਬੜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਜੈਸੀ ਥੈਂਕ ਯੂ ਤੁਸੀਂ ਖੜੇ ਪੈਰ ਸਾਡੇ ਨਾਲ ਅੱਜ ਜੁੜੇ ਆ ਸਭ ਤੋਂ ਪਹਿਲਾਂ ਦੱਸੋ ਕਿ ਹਾਊ ਡਜ਼ ਇਟ ਫੀਲ ਟੂ ਬੀ ਬੈਕ ਇਨ ਕੈਨੇਡਾ ਮੈਨੂੰ ਪਤਾ ਥੋੜਾ ਟਾਈਮ ਪਹਿਲਾਂ ਤੁਸੀਂ ਪੰਜਾਬ ਵਿੱਚ ਸੀਗੇ ਜਦੋਂ ਆਹ ਕਰੋਨਾ ਦੀ ਆਊਟਬ੍ਰੇਕ ਹੋਈ ਆ ਸੋ ਕਿੱਦਾਂ ਦਾ ਤੁਹਾਨੂੰ ਹੁਣ ਮਾਹੌਲ ਲੱਗਦਾ ਇੱਥੇ ਵਾਪਸ ਆ ਕੇ
ਮਤਲਬ ਦੋਨਾਂ ਮੁਲਕਾਂ ਦਾ ਐਕਸਪੀਰੀਅੰਸ ਹੋਇਆ ਜੀ। ਮਤਲਬ ਚਲੋ ਮੈਂ ਤਾਂ ਇੰਡੀਆ ਹੀ ਹੁਣ ਬੱਚੇ ਗਏ ਸੀਗੇ ਐਤਕੀ ਨਾਲ, ਆਬਵੀਅਸਲੀ ਸਾਰਾ ਪਲਾਨ ਚੇਂਜ ਹੋ ਗਿਆ ਜੋ ਪਲਾਨ ਕੀਤਾ ਸੀ ਹੌਲੀਡੇ ਐਂਡ ਆਲ ਦੈਟ। ਮੇਰਾ ਖਿਆਲ ਹੈ ਮੈਂ ਇਕੱਲਾ ਨਹੀਂ, ਸਾਰੀ ਦੁਨੀਆ ਨਾਲ ਹੀ ਇੱਦਾਂ ਹੋਇਆ। ਬਟ ਆਈ ਥਿੰਕ ਹੁੰਦਾ ਕੀ ਆ, ਮਤਲਬ ਆਪਾਂ ਸਾਰੇ ਗ੍ਰੀਡੀ ਬਣ ਜਾਂਦੇ ਆ, ਹੈ ਨਾ। ਨੱਠ ਭੱਜ ਵੇ ਕਿਸੇ ਨੂੰ, ਮੇਰੇ ਕੋਲ ਤਾਂ ਟਾਈਮ ਹੈ ਨਹੀਂ ਗਾ। ਹੁਣ ਦੇਖ ਲਓ ਸਾਰੀ ਦੁਨੀਆ, ਮੇਰਾ ਖਿਆਲ ਪਹਿਲੀ ਵਾਰ ਹਿਸਟਰੀ 'ਚ ਇੱਦਾਂ ਹੋਇਆ ਹੋਣਾ, ਹੈ ਨਾ। ਯੂਜਲੀ ਜਾਂ ਇੱਕ ਦੋ ਮੁਲਕਾਂ ਦੀ ਲੜਾਈ ਹੁੰਦੀ ਆ ਜਾਂ ਕੁਛ ਇੱਦਾਂ ਦਾ ਹੋ ਗਿਆ, 2-3 ਮੁਲਕ ਇਨਵੋਲਵ ਹੁੰਦੇ ਆ, ਬਾਕੀ ਸਾਰੇ ਨੋਰਮਲ ਲਾਈਫ ਚੱਲਦੀ ਆ। ਹੁਣ ਤੁਸੀਂ ਦੇਖ ਲਓ ਵੀ ਸਾਰੀ ਦੁਨੀਆ ਔਨ ਲਾਕਡਾਊਨ, ਹੈ ਨਾ। ਇਹ ਉਹ ਮਾਲਕ ਦੇ ਰੰਗ ਨੇ, ਤਾਂ ਹੀ ਕਹਿੰਦੇ ਵੀ ਰਹੀਏ ਡਰ ਕੇ ਰੱਬ ਕੋਲੋਂ, ਜਿਹੜਾ ਜਲ ਤੋਂ ਥਲ ਕਰ ਦੇਵੇ, ਸੁੱਕੇ ਹੋਏ ਰੁੱਖਾਂ ਨੂੰ ਪਲ ਵਿੱਚ ਲਾ ਦਿੰਦਾ ਹੈ ਮੇਵੇ, ਰੁੱਖ ਨਦੀ ਕਿਨਾਰੇ ਹੈ ਕਾਹਦਾ ਜ਼ਿੰਦਗੀ ਦਾ ਪ੍ਰਵਾਸਾ। ਠੀਕ ਹੈ ਨਾ। ਉਹ ਮਤਲਬ ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਝੁਲਦਾ। ਵੀ ਸ਼ੁਡ ਜਸਟ ਅਪਰੀਸ਼ੀਏਟ ਲਾਈਫ ਐਂਡ ਸਟਾਪ ਬੀਇੰਗ ਗ੍ਰੀਡੀ। ਮਤਲਬ ਜਿਹੜੀ ਅਸੀਂ ਫਲਾਈਟ ਵੀ ਲਈ ਆ, ਮੇਰੇ ਖਿਆਲ the longest flight I've been traveling for 27 years, ਤੇ 36-37 ਘੰਟੇ ਇੱਥੇ ਪਹੁੰਚਣ ਨੂੰ ਲੱਗ ਗਏ ਆ। ਪਰ yeah, I think we're all glad that we're home. ਬੱਚੇ ਬਹੁਤ ਖੁਸ਼ ਹੈ ਕਿ obviously ਮੈਂ ਤਾਂ ਇੰਡੀਆ ਜ਼ਿਆਦਾ ਰਹਿਣਾ, ਲੇਕਿਨ ਉਹਨਾਂ ਲਈ ਔਖਾ ਹੁੰਦਾ, ਖਾਣਾ ਮਿਸ ਕਰਦੇ ਆ, ਹਨਾ। ਆਪਣਾ ਜੋ ਇੱਥੇ ਘਰ ਹੈ ਉਹ ਮਿਸ ਕਰਦੇ ਆ। ਸੋ ਪਹੁੰਚ ਗਏ ਠੀਕ ਠਾਕ ਜੀ। ਹੁਣ 14 days obviously we're on lockdown at home, so ਘਾਹ ਨੂੰ ਕੱਟ ਰਹੇ ਆ ਜੀ। ਕਿਉਂਕਿ ਤੁਹਾਨੂੰ ਫਿਟ ਰਹਿਣ ਦੀ ਆਦਤ ਕਾਫੀ ਆ ਹੁਣ। ਮੇਰੇ ਖਿਆਲ ਜਿਹੜਾ ਤੁਸੀਂ ਟਰਾਂਸਫਰਮੇਸ਼ਨ ਕੀਤਾ, ਤੁਸੀਂ ਕਾਫੀ ਦੁਨੀਆ ਨੂੰ ਮਗਰ ਵੀ ਲਾਇਆ। ਤੁਹਾਡੇ ਜਿਹੜੇ ਫੈਨਸ ਆ, ਯੂ ਬਿਕਮ ਐਨ ਇੰਸਪੀਰੇਸ਼ਨ ਵਿਥ ਯੋਰ ਟਰਾਂਸਫਰਮੇਸ਼ਨ। ਆਪਾਂ ਪਿਛਲੇ ਦਿਨਾਂ ਦੀ ਗੱਲਾਂ ਕਰੀਏ, ਪਿਛਲੇ ਸਾਲਾਂ ਦੇ ਤੁਸੀਂ ਕਬੱਡੀ ਵੀ ਖੇਡਦੇ ਹੁੰਦੇ ਸੀ, ਕਬੱਡੀ ਕਲੱਬ ਨਾਲ ਜੁੜੇ ਸੀਗੇ। ਆਈਸ ਹਾਕੀ ਦੇ ਵੀ ਤੁਸੀਂ ਕਾਫੀ ਸ਼ੌਕੀਨ ਹੁੰਦੇ ਸੀਗੇ। ਸੋ ਹੁਣ ਅੱਜ ਕੱਲ੍ਹ ਜਿੱਦਾਂ ਹੁਣ ਜਿਮਸ ਬਣਦੇ ਆ, ਫੈਸਿਲਿਟੀਜ਼ ਬਣਦੇ ਆ, ਮੈਨੂੰ ਪਤਾ ਕੱਲ ਤੁਸੀਂ ਘਾਹ ਕੱਟਦੇ ਸੀ, ਕਾਫੀ ਵੱਡੀ ਲਾਨ ਤੁਹਾਡੀ ਲੱਗਦੀ ਆ। ਸੋ ਵਾਟ ਆਰ ਯੂ ਡੂਇੰਗ ਟੂ ਕੀਪ ਯੋਰਸੈਲਫ ਫਿਟ ਥੀਸ ਡੇਜ਼? ਦੇਖੋ ਇੰਡੀਆ ਦੇ ਵਿੱਚ ਵੀ ਸੀਗਾ, ਭਾਵੇਂ ਉਹ ਛੋਟਾ ਸੀ ਉੱਥੇ, ਲੇਕਿਨ ਫਿਰ ਵੀ ਮੈਂ ਉੱਥੇ ਜੋਬਨ ਦੇ ਨਾਲ ਥੋੜੀ ਬੜੀ ਪ੍ਰੈਕਟਿਸ ਉਹਦੀ ਵੀ ਕਰਾਉਂਦਾ ਸੀ, ਆਪਣੀ ਵੀ। ਆਪਾਂ ਐਕਸਕਿਊਜ਼ ਲੱਭਦੇ ਰਹਿੰਦੇ ਆ ਨਾ, ਵੀ ਮੇਰੇ ਕੋਲ ਟਾਈਮ ਹੈ ਨਹੀਂਗਾ, ਜਾਂ ਮੇਰੇ ਜਿਮ ਤੋਂ ਬਿਨਾਂ ਲੱਗਦਾ ਨਹੀਂ। ਘਰੇ ਵੀ ਜਿਹੜੇ ਪੁਰਾਣੇ ਜਿੱਦਾਂ ਬਜ਼ੁਰਗ ਲਾਉਂਦੇ ਹੁੰਦੇ ਸੀ, ਡੰਡ ਵਗੈਰਾ, ਸਿਰਪਸ, ਜੋ ਵੀ ਆ, ਉਹ ਸਾਰਾ ਕੁਛ ਕਰ ਸਕਦੇ। ਹੁਣ ਜਿੱਦਾਂ ਮੈਂ ਕੱਲ੍ਹ ਵੀਡੀਓ ਪਾਈ ਆ, ਤੇ ਮੈਂ ਆਪਣੀ ਮਤਲਬ ਦਿਖਾਉਣਾ ਚਾਹੁੰਦਾ ਲੋਕਾਂ ਵੀ ਨੋਰਮਲੀ ਐਵੇਂ ਵੀ ਯਾਰ, ਕੋਈ ਸੋਚਦੇ ਅੱਛਾ ਲੱਗਿਆ ਸੀ ਵੀ ਇੱਦਾਂ ਕਿੱਦਾਂ ਕਰ ਸਕਦਾ, ਹੈ ਨਾ। ਸੋ ਕੱਲ੍ਹ 8 ਘੰਟੇ ਮੈਂ ਘਾਹ ਖੱਟਿਆ ਪੂਰਾ। ਵਾਓ, 8 ਘੰਟੇ। ਤੇ ਹਾਲੇ ਅੱਧਾ ਰਹਿੰਦਾ। ਸੋ ਇਟ ਰਿਮਾਈਂਡਸ ਮੀ ਆਫ ਹਾਊ ਆਈ ਸਟਾਰਟਡ। ਪਹਿਲਾਂ ਬਰਾਡ ਫਾਰਮਸ ਹੁੰਦਾ ਸੀ ਇੱਥੇ, ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ, ਉੱਥੇ ਕੰਮ ਕਰਦੇ ਹੁੰਦੇ ਸੀ ਸਮਰ ਦੇ ਵਿੱਚ। ਐਂਡ ਯੈਸਟਰਡੇ ਵਾਸ ਕਾਈਂਡ ਆਫ ਲਾਈਕ ਥਿੰਕਿੰਗ ਅਬਾਊਟ ਦੈਟ। ਉਹ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਹੈ ਨਾ। ਸੋ ਮਤਲਬ ਜਿਹੜਾ ਆਪਣਾ ਪਿਛੋਕੜ ਉਹ ਭੁੱਲਣਾ ਨਹੀਂ ਚਾਹੀਦਾ। ਆਈ ਕੀਪ ਇਟ ਬਿਜ਼ੀ ਵਿਦ ਲਾਈਕ ਵਟਐਵਰ, ਰਨਿੰਗ ਇਨ ਦ ਯਾਰਡਸ, ਬਾਸਕਟਬਾਲ ਖੇਲਿਆ, ਹਾਕੀ ਹੁਣ ਆਬਵੀਅਸਲੀ ਕੈਨੇਡਾ ਆ ਕੇ ਜੋ ਵੀ ਆ, ਮਤਲਬ ਕਰਨਾ ਚਾਹੀਦਾ ਕੁਛ ਨਾ ਕੁਛ ਮੇਰੇ ਹਿਸਾਬ ਨਾਲ ਨਾ। ਮੈਂ ਤਾਂ ਹੀ ਵੀਡੀਓਜ਼ ਪਾਉਣਾ ਰਹਿੰਦਾ ਵੀ ਕੋਈ ਨਾ ਕੋਈ ਦੇਖ ਕੇ ਸ਼ਾਇਦ ਮੋਟੀਵੇਟ ਹੋ ਜਾਵੇ, ਹੈ ਨਾ। ਕਿਉਂਕਿ ਫਰਜ਼ ਵੀ ਬਣਦਾ ਸਾਡਾ। ਹੁਣ ਤਾਂ ਆਪਣੇ ਕੋਲ ਸਾਰਿਆਂ ਕੋਲ ਟਾਈਮ ਹੈਗਾ। ਅੱਗੇ ਤਾਂ ਕਹਿੰਦੇ ਨਾ ਮੇਰੇ ਕੋਲ ਟਾਈਮ ਹੈ ਨਹੀਂ ਜਿਮ ਦਾ, ਹੁਣ ਤਾਂ ਟਾਈਮ ਹੀ ਟਾਈਮ ਹੈ, ਨੋ ਐਕਸਕਿਊਜ਼। ਸੋ ਜਿੰਨਾ ਵੀ ਕਰ ਸਕਦੇ ਹਾਂ, 10 ਮਿੰਟ, ਅੱਧਾ ਘੰਟਾ, ਪੌਣਾ ਘੰਟਾ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ। ਤੁਸੀਂ ਜੋਵਨ ਦਾ ਕਾਫੀ ਜ਼ਿਕਰ ਕਰਦੇ ਆ, ਜੂਨੀਅਰ ਜਾਜ਼ੀ ਵੀ, ਮੈਨੂੰ ਪਤਾ ਉਹ ਸੌਕਰ ਦਾ ਬਹੁਤ ਸ਼ੌਕੀਨ ਆ। ਤੁਸੀਂ ਹਾਕੀ ਦੇ ਹੁੰਦੇ ਸੀ, ਯੂਜ਼ਡ ਟੂ ਪਲੇ ਵਿਦ ਸਰੀ ਹਾਕਸ। And so this newfound time that you have with the family, Aisha ਦੇ ਨਾਲ, ਮੈਨੂੰ ਪਤਾ ਹੈ ਕਿ she's very close to you as well. ਕਹਿੰਦੇ ਹੁੰਦੇ ਨਾ ਕਿ for a daughter, her father is always her first love. She's my lucky charm. Yeah, she is. And ਉਹ ਦਿਸਦਾ ਵੀ ਹੈ ਜਦੋਂ ਤੁਸੀਂ ਉਹਦਾ ਜ਼ਿਕਰ ਕਰਦੇ in your eyes, in your love. So ਜਿਹੜਾ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ, you're getting to know your family again, right? You've got your wife who supports you in every field as well. So ਜਿਹੜਾ new time ਆ ਤੁਹਾਨੂੰ ਇਹ ਮਿਲਿਆ, ਇਹ ਕਿਵੇਂ ਤੁਸੀਂ ਸਪੈਂਡ ਕਰਦੇ? ਕੀ ਚੈਲੰਜਸ ਤੁਸੀਂ ਆਪਣੇ ਆਪ ਨੂੰ ਦਿੱਤੀਆਂ? ਹਾਂਜੀ ਡੈਫੀਨਿਟਲੀ ਜੀ। ਮਤਲਬ ਉਹ ਹਮੇਸ਼ਾ ਕੰਪਲੇਨ ਕਰਦੀ ਰਹਿੰਦੀ ਹਰਦੀਪ ਵੀ, ਯੂ ਆਲਵੇਜ਼ ਟਰੈਵਲਿੰਗ, ਨਾਟ ਸਪੈਂਡਿੰਗ ਇਨਫ ਟਾਈਮ। ਮੈਂ ਕਿਹਾ ਦੇਖ ਲੈ ਤੇਰੀਆਂ ਅਰਦਾਸਾਂ ਸਾਰੀ ਦੁਨੀਆ ਲਈ ਸੁਣਦੇ, ਸਾਰੇ ਘਰੇ ਨੇ ਹੁਣ। ਜਿਹੜੇ ਮਾਲਕ ਦੇ ਰੰਗ ਨੇ, ਮਾਲਕ ਦੇ ਪਲਾਨ ਆ, ਉਹਨੂੰ ਪਤਾ ਨਹੀਂ ਕੀ ਸਾਰੀ ਦੁਨੀਆ ਬਾਰੇ ਸੋਚਣਾ, ਹੈ ਨਾ। ਸੋ ਇਹ ਫੈਮਿਲੀ ਟਾਈਮ ਆ, ਇਹ you can't buy this, it's very precious time, and I'm glad we're all together. ਇੱਦਾਂ ਵੀ ਹੋ ਸਕਦਾ ਸੀ ਵੀ ਮੈਂ ਇੰਡੀਆ ਹੁੰਦਾ, ਉਹ ਇੱਥੇ ਸਟਕ ਹੁੰਦੇ,
ਫਿਰ ਬਹੁਤ ਮੁਸ਼ਕਲ ਹੋਣਾ So ਸੀ luckily we were all together in India and here, and it's a beautiful moment for I think the whole world, and for especially for us, spending time with the kids, and looking at the old pictures and ਫੋਟੋਆਂ ਕਦੇ ਦੇਖੀਆਂ ਨਹੀਂ ਸੀ, ਉਹ ਬੰਦਾ ਕੱਢ ਕੇ ਦੇਖਦਾ ਹੁਣ, ਬਾਕੀ ਕਲੀਨਿਕ ਵੀ ਚੱਲੀ ਜਾਂਦੀ ਆ, ਸਾਰਾ ਕੁਝ ਹੋ ਜਾਂਦਾ, and just gotta appreciate things, man. ਮਤਲਬ ਮੈਂ ਤਾਂ ਇਹੀ ਕਹਿੰਦਾ ਜੀ ਬਈ ਲਾਈਫ ਬਹੁਤ ਸ਼ੋਰਟ ਆ, ਕੱਲ ਦਾ ਕੁਝ ਭਰੋਸਾ ਨਹੀਂ ਹੈ, ਸੋ ਇੰਜੋਏ ਕਰੋ, spread love, don't create hate. I strongly believe in that. Be positive, and ਜਿੱਥੇ ਕਿਸੇ ਦੀ ਤੁਸੀਂ ਹੈਲਪ ਕਰ ਸਕਦੇ ਆ, ਮਦਦ ਕਰ ਸਕਦੇ ਆ, ਜੇ ਕੋਈ ਬਜ਼ੁਰਗ ਆ ਉਹਨਾਂ ਨੂੰ ਗਰੋਸਰੀ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਕਰ ਸਕਦੇ ਆ, ਉਹ ਕਰਨੀ ਚਾਹੀਦੀ। ਔਰ ਇੱਥੇ ਸ਼ੁਕਰਗੁਜ਼ਾਰ ਆ ਜਿੰਨੇ ਵੀ ਜਿਹੜੀਆਂ ਚੈਰਿਟੀ ਵਾਲੇ ਨੇ, ਫੂਡ ਬੈਂਕਸ ਨੇ, ਗੁਰਦੁਆਰੇ ਨੇ, ਬਹੁਤ ਪੂਰੀ ਦੁਨੀਆ ਦੇ ਵਿੱਚ ਉਹ ਇੰਨੀ ਮਦਦ ਕਰ ਰਹੇ ਨੇ, ਸੋ ਥੈਂਕ ਯੂ to all those guys as well. Yes, definitely. Your and all the frontline doctors workers. and the nurses, the government, everybody. Thank you. Yeah, definitely. Jazzy, ਆਪਾਂ ਥੋੜੀ ਤੁਹਾਡੀ local ਗਾਇਕੀ ਦੀ ਗੱਲ ਕਰਦੇ ਹਾਂ. You have always been a person that supports our local community here. ਖਾਸ ਕਰਕੇ ਤੁਸੀਂ ਸਾਡੇ ਗੁਰਦੁਆਰੇ ਸਾਹਿਬ ਨਾਲ ਵੀ ਜੁੜੇ ਹੋਏ ਆ, ਖਾਸ ਕਰਕੇ ਵਿਸਾਖੀ ਦੇ ਉੱਤੇ ਕੋਈ ਵੀ ਦਿਨ ਦਿਹਾੜਾ ਹੁੰਦਾ ਆ, you're always there, with as soon as someone, ਕਿਸੇ ਨੇ ਵੀ ਹੁਕਮ ਕੀਤਾ ਤੁਸੀਂ ਉੱਥੇ ਪਹੁੰਚ ਜਾਂਦੇ ਆ। Revolution Records ਇੱਕ local record company ਆ, ਜਿਹਨਾਂ ਅਸੀਂ ਵੀ ਸਾਡੀ ਵੀ ਬਹੁਤ ਕਰੀਬ ਦੇ ਨਾਲ ਯਾਰੀ ਉਹਨਾਂ ਦੇ ਨਾਲ, Tami, Lucky Tillo, and they do great work trying to raise awareness of all the struggles that we've had. And ਤੁਸੀਂ ਪਹਿਲੀ ਵਾਰੀ Big Bird ਨਾਲ ਇੱਕ collaboration ਕਰਨ ਲੱਗੇ ਇਸ record label ਦੇ ਨਾਲ, ਉਹਦੇ ਬਾਰੇ ਥੋੜਾ ਦੱਸੋ। ਇੱਕ ਤੁਹਾਡਾ ਗੀਤ ਰਿਲੀਜ਼ ਹੋਣ ਜਾ ਰਿਹਾ ਜੂਨ 6 ਨੂੰ। ਹਾਂਜੀ ਬਿਲਕੁਲ ਜੀ, ਦੇਖੋ being Sikh, ਮੇਰਾ ਖਿਆਲ ਫਰਜ਼ ਵੀ ਬਣਦਾ ਹਰ ਇੱਕ ਆਰਟਿਸਟ ਦਾ, ਜਿਹੜੇ ਆਪਾਂ ਕਮਰਸ਼ੀਅਲ ਚੀਜ਼ਾਂ ਨੇ ਉਹ ਤਾਂ ਕਰਦੇ ਹੀ ਰਹਿੰਦੇ ਆ, ਹਨਾ, ਲੇਕਿਨ ਉਹ ਮਾਲਕ ਦੇ ਰੰਗ ਨੇ, ਜੇ ਆਵਾਜ਼ ਉਹ ਮਾਲਕ ਦੀ ਹੈ, ਹਨਾ, ਤੇ ਮੇਰਾ ਵੀ ਫਰਜ਼ ਬਣਦਾ ਮੈਂ ਕਿਸੇ ਨਾ ਕਿਸੇ ਤਰੀਕੇ ਆਪਣੀ ਕਮਿਊਨਿਟੀ ਨੂੰ ਆਪਣੇ ਕਲਚਰ ਦੇ ਨਾਲ ਫੀਡਬੈਕ ਜਾਂ ਮਤਲਬ ਪੇਬੈਕ ਕਰ ਸਕਾਂ। ਸੋ ਇਹ ਗਾਣਾ ਬਹੁਤ ਚਿਰ ਤੋਂ ਗੱਲ ਚੱਲਦੀ ਸੀਗੀ, ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਕਿਹਾ ਯਾਰ ਵੁੱਡ ਲਵ ਟੂ ਡੂ ਇਟ, ਐਂਡ ਇਟਸ ਅ ਗ੍ਰੇਟ ਟਰੈਕ। ਉਹਦਾ ਵਿਸਾਖੀ ਦਾ ਰਿਲੀਜ਼ ਹੋਣਾ ਸੀਗਾ, ਪਰ ਆਬਵੀਅਸਲੀ ਐਵਰੀਥਿੰਗ ਕੈਂਸਲ ਨਾਓ, ਸੋ ਹੁਣ ਮੇਰਾ ਖਿਆਲ ਜੂਨ ਦੇ ਵਿੱਚ ਕੱਢਣਗੇ। ਵੀਡੀਓ ਵੀ ਸ਼ਾਰਟ ਹੋ ਚੁੱਕੀ ਹੈ, ਟਰੂ ਰੂਟਸ ਪ੍ਰੋਡਕਸ਼ਨ, ਉਹ ਵੀ ਕੈਨੇਡਾ ਤੋਂ ਹੈਰੀ ਹੁਣੀ, ਉਹਨਾਂ ਨੇ ਸ਼ੂਟ ਕੀਤੀ ਹੈ। ਬਿਗ ਬਰਡ ਦਾ ਮਿਊਜ਼ਿਕ ਹੈ, ਅੰਮ੍ਰਿਤ ਬੋਬੇ ਦਾ ਗਾਣਾ ਲਿਖਿਆ। ਉਹਨੇ ਗਾਣਾ ਮੁੰਡੇ ਨੇ ਪਹਿਲਾਂ ਆਪ ਕਰਨਾ ਸੀਗਾ, ਲੇਕਿਨ ਜਦੋਂ ਮੈਂ ਗਾਣਾ ਸੁਣਿਆ ਮੈਂ ਕਿਹਾ ਯਾਰ ਬਹੁਤ ਵਧੀਆ ਗਾਣਾ, ਮੈਂ ਜੇ ਰਿਕਾਰਡ ਕਰਾਂ ਵੱਡੇ ਲੈਵਲ 'ਤੇ ਹੋ ਸਕਦਾ ਕੰਮ, ਹੈ ਨਾ। ਇਟਸ ਰਿਐਲਿਟੀ, ਹੋ ਸਕਦਾ ਕਈ ਕਹਿਣਗੇ ਨਹੀਂ ਯਾਰ ਇਹ ਕੀ ਆ, ਲੇਕਿਨ ਉਹ ਜੋ ਸਾਡੇ ਧਰਮ 'ਚ ਜੋ ਸਾਡੇ ਗੁਰੂਆਂ ਨੇ ਕੀਤਾ ਉਹ ਇੱਦਾਂ ਦਾ ਗਾਣਾ, ਲੇਕਿਨ ਅੱਜ ਕੱਲ੍ਹ ਦੇ ਯੰਗਸਟਰਸ ਲਈ ਵੀ ਹੈ, ਬੀਟ ਉੱਦਾਂ ਦੀ ਆ, ਸਟਾਈਲ ਉੱਦਾਂ ਦਾ ਗਾਇਆ, ਤੇ ਪਰਸਨਲੀ ਵੀਡੀਓ ਵੀ ਮੈਨੂੰ ਬਹੁਤ ਪਸੰਦ ਆ, ਤੇ ਉਹ ਆਈ ਥਿੰਕ ਜੂਨ ਦੇ ਵਿੱਚ ਰਿਲੀਜ਼ ਕਰਨਗੇ। ਸੋ ਆਮ ਰੀਅਲੀ ਹੈਪੀ ਟੂ ਬੀ ਪਾਰਟ ਆਫ ਦਿਸ collaboration. Yeah, definitely. I just got news yesterday that June 6 ਨੂੰ release ਹੋਣ ਜਾ ਰਿਹਾ ਹੈ। I got to hear the song as well, and it is phenomenal. So ਜੇ ਤੁਸੀਂ ਉਹਦੇ ਦੋ ਅੰਤਰੇ ਸਾਨੂੰ ਸੁਣਾ ਸਕਦੇ, I think that'd be great. ਨਹੀਂ ਹੱਲੇ ਤਾਂ ਨਹੀਂ ਸੁਣਾਉਣਾ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪਹਿਲੇ ਲੀਕ ਆਊਟ ਹੋ ਜਾਂਦਾ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਨਹੀਂ ਕਿ ਆਫਟਰ ਆਲ ਤੇ ਥੋੜਾ ਜਿਹਾ ਹੋ ਜਾਂਦਾ, ਬਟ ਯੂ ਗਾਇਸ ਵਿਲ ਹੀਅਰ ਇਟ ਡੈਫੀਨਿਟਲੀ ਮੈਨ। ਜਦੋਂ ਆਉਣਾ ਤੇ ਮੈਨੂੰ ਲੱਗਦਾ ਉਹਨੇ ਪਹਿਲੇ ਸਟੈਪ ਪ੍ਰਮੋਟ ਸ਼ੁਰੂ ਕਰ ਦੇਣਾ ਕਰਨਾ, ਤੇ this is one of my favorite tracks, so I hope you guys will enjoy it. It's definitely phenomenal. We can't wait till it's out. Jazzy, ਤੁਸੀਂ ਇੱਥੇ locally school ਗਏ ਸੀਗੇ, Simon Cunningham Elementary, you went to Princess Margaret, so ਕਾਫੀ ਤੁਸੀਂ ਜੁੜੇ ਹੋਏ ਇੱਥੇ ਦੇ culture ਦੇ ਨਾਲ, ਉੱਠਣ ਬਹਿਣ ਨਾਲ। So ਜੇ ਆਪਾਂ ਗੱਲ ਕਰਦੇ ਹਾਂ Indian culture and value here, it's changed a lot in the last 20-30 years. ਮੇਰੇ ਖਿਆਲ ਜਿਹੜੇ ਟਾਈਮਾਂ ਦੇ ਵਿੱਚ ਆਪਾਂ ਇੱਥੇ ਪੜ੍ਹੇ ਸੀਗੇ, ਉਦੋਂ ਜਿਹੜਾ ਪੰਜਾਬੀ ਕਲਚਰ ਸੀ ਬਹੁਤ ਘੱਟ ਸੀਗਾ, we were a little bit embarrassed to be ਪੰਜਾਬੀ, ਕਰਕੇ ਇੱਕ ਤਾਂ ਸਾਡੇ ਸਕੂਲਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਉਦੋਂ ਘੱਟ ਹੁੰਦੀ ਸੀਗੀ, we were a minority, ਤੇ ਹੁਣ ਜਦੋਂ ਆਪਾਂ ਵੇਖਦੇ ਆ ਟਾਈਮਸ ਹੁਣ ਬਦਲਦੇ ਆ, ਜਿਹੜੇ ਸਾਡੇ ਇੱਧਰਲੇ ਯੂਥ ਆ ਕਾਫੀ ਗੀਤ ਸੰਗੀਤ ਨਾਲ ਜੁੜੇ ਹੋਏ ਆ, ਖਾਸ ਕਰਕੇ obviously ਪੰਜਾਬੀ ਮਿਊਜ਼ਿਕ, but there's still some kids ਜਿਹੜੇ ਪੰਜਾਬੀ ਮਾਂ ਬੋਲੀ ਨਾਲ ਨਹੀਂ ਜੁੜੇ, ਖਾਸ ਕਰਕੇ ਜਿੱਥੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ, ਗ੍ਰੈਂਡ ਪੇਰੈਂਟਸ ਨਹੀਂ ਉੱਥੇ ਰਹਿੰਦੇ, ਸੋ ਜਿਹੜੇ ਉਹ ਪੇਰੈਂਟਸ ਆ ਉਹਨਾਂ ਵਾਸਤੇ ਕੀ ਐਡਵਾਈਸ ਆ, how do we get them to not per se listen to ਪੰਜਾਬੀ music all the time, but ਆਪਣੇ ਕਲਚਰ ਦੇ ਨਾਲ ਥੋੜ੍ਹੇ ਜਿਹੇ ਆਪਣੇ ਰੂਟਸ ਦੇ ਨਾਲ ਕਨੈਕਟ ਹੋਣ ਨੂੰ?
ਦੇਖੋ ਇਹ ਤਾਂ ਮੇਰੇ ਖਿਆਲ ਹਰ ਇੱਕ ਘਰ ਦੀ ਪ੍ਰੋਬਲਮ ਸਮਝ ਲਓ, ਕਿਉਂਕਿ ਚੱਕਰ ਕੀ ਆ, ਪਹਿਲਾਂ ਜਿਹੜੇ ਮੈਂ ਅੱਗੇ ਵੀ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਬੱਚੇ ਆਪਣੇ ਗ੍ਰੈਂਡ ਪੇਰੈਂਟਸ ਚਾਹੇ ਦਾਦਾ ਦਾਦੀ ਨਾਨਾ ਨਾਨੀ ਕੋਲ ਰਹੇ ਨੇ, ਉਹਨਾਂ ਨੂੰ ਇੱਕ ਬੋਲਣ ਦਾ ਸਲੀਕਾ ਹੈ ਨਾ, ਤੇ ਪੰਜਾਬੀ ਤਾਂ ਬੋਲਣੀ ਹੈ, ਲੇਕਿਨ ਕਿਉਂਕਿ ਬਜ਼ੁਰਗਾਂ ਕੋਲ ਟਾਈਮ ਇੰਨਾ ਹੁੰਦਾ ਸੀ, ਉਹਨੇ ਬੱਚੇ ਦੇ ਦਿਮਾਗ 'ਚ ਜਦ ਤੱਕ ਗੱਲ ਪੈਂਦੀ ਨਹੀਂ ਸਿਖਾਲੇ ਜਾਣਾ ਉਹਨਾਂ ਜੀ ਹੈ ਨਾ। ਹਟਦੇ ਨਹੀਂ ਤੇ ਸੀ। ਹੁਣ ਕੀ ਆ, ਹੁਣ ਵਿਆਹ ਬਾਅਦ 'ਚ ਹੁੰਦਾ, ਪਹਿਲਾਂ ਅਗਲਾ ਕਹਿੰਦਾ ਨੋ ਆਵਮ ਪ੍ਰਾਈਵੇਸੀ, ਚਲੋ ਜੀ ਮੂਵ ਆਊਟ ਹੋ ਜਾਂਦੇ ਨੇ, ਇਕੱਲੇ ਰਹਿ ਜਾਂਦੇ ਨੇ ਹਸਬੈਂਡ ਐਂਡ ਵਾਈਫ ਆਪਸੀ, ਦੇਖੋ ਅਖੇ ਜਾਂਦੇ ਆਲ ਵਰਕਿੰਗ ਹੈ ਨਾ, ਉਹ ਕੰਮ ਤੇ ਜਾਂਦੇ ਆ, ਨਿਆਣੇ ਜ਼ਿਆਦਾ ਕੋਈ ਬੇਬੀ ਸਿਟਰ ਉਹਦੇ ਕੋਲ ਪਲਦੇ ਆ ਹੈ ਨਾ, ਤੇ ਇੰਨਾ ਟਾਈਮ ਹੀ ਹੈ ਨਹੀਂਗਾ ਪੰਜਾਬੀ ਬੋਲਣ ਦਾ। ਪਰ ਆਪਾਂ ਨੂੰ ਚਾਹੀਦਾ, ਮੇਰੀ ਵੀ ਹਰਦੀਪ ਨਾਲ ਇਹੀ ਲੜਾਈ ਹੁੰਦੀ ਰਹਿੰਦੀ ਹੈ ਹਮੇਸ਼ਾ, ਮੈਂ ਵੀ ਘਰੇ ਹੁੰਦੀ ਪੰਜਾਬੀ ਨਿਆਣੇ ਨੂੰ ਸਿਖਾ ਲਿਆ ਕਰ, ਪਰ ਕੁਦਰਤੀ ਗੱਲ ਹੈ ਜਦੋਂ ਇੱਥੇ ਬੰਦਾ ਰਹਿੰਦਾ ਤੇ ਉਹ ਜ਼ਿਆਦਾ ਅੰਗਰੇਜ਼ੀ 'ਚ ਜਵਾਬ ਦੇਣਾ, ਜਾਂ ਮੈਂ ਪੰਜਾਬੀ ਬੋਲਣੀ ਵੀ ਅੰਗਰੇਜ਼ੀ 'ਚ। ਆਈ ਡੋਨਟ ਰੀਅਲੀ ਲਾਈਕ ਦੈਟ, ਆਈ ਥਿੰਕ ਵੀ ਸ਼ੁਡ, ਗੁਰਦੁਆਰੇ ਬਹੁਤ ਨੇ ਜਿੱਥੇ ਪੰਜਾਬੀ ਸਿਖਾਈ ਜਾਂਦੀ ਆ, ਇੱਕ ਦਿਨ ਸੰਡੇ ਜਾਂ ਸੈਟਰਡੇ ਜਦੋਂ ਵੀ ਟਾਈਮ ਲੱਗਦਾ ਉਹਨਾਂ ਨੂੰ ਸਿਖਾ ਲਓ। ਔਰ ਅੱਜ ਕੱਲ੍ਹ ਤਾਂ ਨੈੱਟ ਦੇ ਉੱਤੇ ਸਾਰੀ ਪੰਜਾਬੀ ਹੈਗੀ ਆ ਹੈ ਨਾ, ਲੇਕਿਨ ਆਪਣਾ ਫਰਜ਼ ਬਣਦਾ ਪਲੀਜ਼ ਸਾਰਿਆਂ ਨੂੰ ਬੱਚਿਆਂ ਨੂੰ ਪੰਜਾਬੀ ਸਿਖਾ ਲੈਣੀ ਚਾਹੀਦੀ ਹੈ, ਕਿਉਂਕਿ ਆਪਣੀ ਗੁਰਬਾਣੀ ਆ ਜਿਹੜੀ ਉਹ ਇਹਨਾਂ ਚੀਜ਼ਾਂ ਦੇ ਨਾਲ ਜੋੜਦੀ ਆ, ਤੇ ਆਪਣਾ ਕਲਚਰ ਕਰਕੇ ਆ। ਜੇ ਅੱਜ ਜੈਜ਼ੀ ਬੀ ਦਾ ਨਾਂ ਆਪਣੇ ਵੈਨਕੂਵਰ ਦੀ ਧਰਤੀ ਦੇ ਉੱਤੇ ਗ੍ਰੈਂਡ ਸਟਰੀਟ ਦੇ ਉੱਤੇ ਲਿਖਿਆ ਗਿਆ, ਉਹ ਸਿਰਫ ਪੰਜਾਬੀ ਮਾਂ ਬੋਲੀ ਕਰਕੇ, ਇਸ ਬਿਕਾਜ਼ ਆਫ ਪੰਜਾਬੀ ਲੈਂਗੁਏਜ। ਸੋ ਆਮ ਪ੍ਰਾਊਡ ਯੂ ਨੋ ਦੇ ਪੰਜਾਬੀ ਮਾਂ ਬੋਲੀ ਨਾ ਮੈਂ ਬੋਲਦਾ ਨਾ ਹੁੰਦੀ ਤੇ ਮੈਂ ਕਿਤੇ ਛੱਤਾਂ ਦੇ ਕੰਮ ਕਰਦਾ ਹੁੰਦਾ ਸੀ। I remember that. ਉੱਤੇ ਤੁਸੀਂ ਛੱਤਾਂ ਦੇ ਉੱਤੇ ਗਾਉਂਦੇ ਹੁੰਦੇ ਸੀ। ਸਾਬੀ ਗੁੰਨਰ ਤੇ ਤਰਲੋਕ ਸਿੰਘ ਗੁੰਨਰ ਦੇ ਨਾਲ ਚੱਲਦੀ ਹੋਣੀ ਸੀ ਹੁਣ ਨੂੰ। ਵੀ ਪ੍ਰਾਊਡ, ਜੋ ਵੀ ਤੁਹਾਡਾ ਕਲਚਰ ਹੈ, ਜੋ ਵੀ ਤੁਸੀਂ ਲੈਂਗੁਏਜ ਆ, ਜਿਹੜੀ ਮਦਰ ਟੰਗ ਆ, ਭਾਵੇਂ ਆਪਾਂ ਇੱਥੇ ਕੈਨੇਡਾ 'ਚ ਜੰਮੇ ਪਲੇ ਹੋਏ, ਲੇਕਿਨ ਹਮੇਸ਼ਾ ਆਪਾਂ ਰਹਿਣਾ ਪੰਜਾਬੀ ਹੈ ਨਾ। ਸੋ ਪਹਿਲੀ ਆਪਣੀ ਆ, ਸੋ ਪੰਜਾਬੀ ਬੋਲਿਆ ਕਰੋ, ਸਿੱਖਿਆ ਕਰੋ, ਜ਼ਰੂਰ ਲਿਖਿਆ ਕਰੋ, ਪੜ੍ਹਿਆ ਕਰੋ, ਇਟਸ ਅ ਬਿਊਟੀਫੁਲ ਥਿੰਗ। ਜਿਹੜੇ ਖਾਸ ਕਰਕੇ ਸਰੀ ਦੇ ਵਿੱਚ ਰਹਿੰਦੇ ਆ, ਜਿਹੜੇ ਹੁਣ ਸਾਡੀ ਏਜ ਦੇ ਹੋ ਗਏ ਆ, ਜਿਹੜਾ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਮਿਊਜ਼ਿਕ ਦੇ ਨਾਲ ਲਗਾਇਆ, ਆਈ ਥਿੰਕ ਸਮਵਟ ਯੂ ਆਰ ਰਿਸਪੋਂਸਿਬਲ ਫੋਰ ਇਟ। ਮੈਨੂੰ ਯਾਦ ਜਦ ਤੁਹਾਡੀ ਪਹਿਲੀ ਐਲਬਮ ਰਿਲੀਜ਼ ਹੋਈ ਸੀ 93 ਦੇ ਵਿੱਚ, ਘੁੱਗੀਆਂ ਦਾ ਜੋੜਾ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ, ਸਾਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਵੀ ਘੁੱਗੀਆਂ ਕੀ ਹੁੰਦੀਆਂ, ਜੋੜਾ ਕੀ ਹੁੰਦਾ ਆ। ਬਟ ਸਾਡੀ ਹਰੇਕ ਗੱਡੀ ਦੇ ਵਿੱਚ ਜਿਹਦੇ ਕੋਲ ਆਪਣੀ ਪ੍ਰਸੀਡੀਆ ਹੁੰਦੀ ਸੀ, ਮਸਟੈਕ ਹੁੰਦੀ ਸੀ, ਉੱਚੀ ਉੱਚੀ ਤੁਹਾਡੇ ਗੀਤ ਸੰਗੀਤ ਲੱਗਦਾ ਹੁੰਦਾ ਸੀਗਾ, ਤੇ ਵੀ ਫਾਈਨਲੀ ਫਿਗਰਡ ਆਊਟ ਵਾਟ ਘੁੱਗੀਆਂ ਵਰ। ਅੱਜ ਹੁਣ ਦੇਖ ਲਓ ਦੁਬਾਰਾ, ਮੈਂ ਇੱਥੇ ਰੋਕਦਾ ਤੁਹਾਡੀ ਗੱਲ, ਹੁਣ ਇੰਡੀਆ ਦੇ ਵਿੱਚ ਮੈਂ ਘੁੱਗੀਆਂ ਨਾ ਬਹੁਤ ਸਾਲਾਂ ਬਾਅਦ ਦੇਖੀਆਂ। ਜਦ ਦਾ ਲੋਕਡਾਊਨ ਹੋਇਆ, ਚਿੜੀਆਂ ਆਈਆਂ ਨੇ ਤੇ ਘੁੱਗੀਆਂ ਆਈਆਂ ਨੇ, ਨਹੀਂ ਤਾਂ ਘੁੱਗੀਆਂ ਦਾ ਲੋਪ ਹੀ ਹੋ ਗਈਆਂ ਸੀਗੀਆਂ। ਸੋ ਜੋ ਵੀ ਉਹ ਮਾਲਕ ਦੇ ਰੰਗ ਨੇ ਜੀ, ਜੇ ਉਹਨੇ ਆਪਣੇ ਸਾਰੇ ਜਿਹੜੇ ਹਿਊਮਨ ਅੰਦਰ ਕਰਤੇ ਹੈ ਨਾ, ਤੇ ਜਿਹੜੇ ਜਾਨਵਰ ਕਰੇ ਦੇਖੇ ਨਹੀਂ ਜ਼ਿੰਦਗੀ ਦੇ ਵਿੱਚ, ਉਹ ਵਧੀਆ ਸਾਹ ਲੈ ਰਹੇ ਨੇ ਹੈ ਨਾ। ਮਦਰ ਨੇਚਰ ਮੈਨ, ਪਤਾ ਨਹੀਂ ਲੈਣਾ ਚਾਹੀਦਾ ਕਦੇ ਵੀ। Jazzy, can we take a step back to 1993 with ਘੁੱਗੀਆਂ ਦਾ ਜੋੜਾ ਜ਼ਿਕਰ ਕੀਤਾ ਹੈ? I would love to hear it from you today. Oh, definitely. I mean, ਹੱਲੇ ਵੀ ਮੈਂ ਜਦੋਂ ਇਹ ਗਾਣਾ ਗਾਉਣਾ, ਮੈਨੂੰ ਉਹੀ ਪਹਿਲਾ ਦਿਨ ਯਾਦ ਆ ਜਾਂਦਾ ਜਦੋਂ ਪਹਿਲੀ ਵਾਰ ਮੈਂ ਸਟੂਡੀਓ ਗਿਆ ਸੀਗਾ ਨਿਊ ਵੈਸਟ ਵਿੱਚ, ਤੇ how nervous I was, you know, the recording experience, didn't know what to do, ਤੇ ਮੈਂ ਉਹੀ ਸੁਣਾਉਣਾ ਅੱਜ ਤੁਹਾਨੂੰ ਜੀ। ਉਹ ਗਿੱਧੇ ਵਿੱਚ ਘੁੱਗੀਆਂ ਦਾ ਜੋੜਾ ਨੱਚਦਾ ਵੀ ਗੋਰੇ ਹੱਥਾਂ ਵਿੱਚ ਤੜਾਕਾ ਜਿਵੇਂ ਬਿਜਲੀ ਸਮਾਨੀ ਬੱਦਲਾਂ 'ਚ ਗੜ ਕੇ, ਗਿੱਧੇ ਵਿੱਚ ਘੁੱਗੀਆਂ ਦਾ ਜੋੜਾ ਨੱਚਦਾ ਗੋਰੇ ਹੱਥਾਂ ਵਿੱਚ ਸੰਦਲੀ ਰੁਮਾਲ ਫੜ ਕੇ। Beautiful as always. Thank you so much, Jazzy. Jazzy, ਜਦੋਂ ਤੁਸੀਂ ਆਪਣੀ ਕਰੀਅਰ ਲਾਂਚ ਕੀਤੀ ਸੀ, ਉਦੋਂ ਟਾਈਮ ਬਹੁਤ ਡਿਫਰੈਂਟ ਹੁੰਦੇ ਸੀਗੇ। Everyone was each for their own. ਕੋਈ ਇੰਨਾ ਜ਼ਿਆਦਾ ਕੰਪੀਟੀਸ਼ਨ ਨਹੀਂ ਹੁੰਦਾ ਸੀ ਇੰਡਸਟਰੀ ਦੇ ਵਿੱਚ, ਜਿਹੜੇ ਸਿੰਗਰਸ ਸੀਗੇ ਬਹੁਤ ਘੱਟ ਹੁੰਦੇ ਸੀਗੇ। So you could say, you know, there was quality and very less quantity. ਅੱਜ ਕੱਲ੍ਹ ਕੁਆਂਟਿਟੀ ਜ਼ਿਆਦਾ ਵੱਧ ਗਈ ਹੈ ਸਿੰਗਰਸ ਦੀ, ਤੇ ਜੈਲਸੀ ਤੇ ਕੰਪੀਟੀਸ਼ਨ ਬਹੁਤ ਹੋ ਗਿਆ। ਇੱਕ ਸੋਸ਼ਲ ਮੀਡੀਆ ਦਾ, ਟੈਕਨੋਲੋਜੀ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ। So, you know, they're taking shots at each other via songs and on social media. So ਤਮਾਸ਼ਾ ਦੇਖਣ ਵਾਲੀ ਦੁਨੀਆ ਜ਼ਿਆਦਾ ਆ, ਖਾਸ ਕਰਕੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਨਾਲ ਹੈਗੇ ਆ। ਬਟ ਪਿਛਲੇ ਦਿਨੀ ਅਸੀਂ ਇੱਕ ਤੁਹਾਡੀ ਵੀਡੀਓ ਵੇਖੀ ਸੀ ਸੋਸ਼ਲ ਮੀਡੀਆ 'ਤੇ, ਕਾਫੀ ਵਾਇਰਲ ਹੋਈ ਆ, ਕਿ ਤੁਸੀਂ ਕਹਿੰਦੇ ਸੀ ਵੀ ਦੋ ਜਿਹੜੇ ਇੱਕ ਸਿੰਗਰ ਆ ਜਿਹਨਾਂ ਦੇ ਆਪਸ ਵਿੱਚ ਬਹੁਤ ਉਹਨਾਂ ਦੀ ਲੱਗਦੀ ਆ, that you would love to do a collaboration with them.
ਜਾਜ਼ੀ ਅੱਜ ਕੱਲ੍ਹ ਕਿਸੇ ਨਾਲ ਰਲ ਕੇ ਕਹਿੰਦੇ ਹੁੰਦੇ ਆ ਨਾ ਵੀ ਉਹ ਜਿਹੜੀ ਫੇਮ ਨਹੀਂ ਮਿਲਦੀ you know when you're throwing shots people love it. Why would you want to do something? Why would you want to get these two singers together and do a collaboration with them when you can make money doing your own thing? You know, it's not about money, है ना. मैं तो जो अपना काम करता है, मैं it hurts to see because the youngsters got so much talent. ਮਤਲਬ ਉਹ ਇੰਨਾ ਟੈਲੈਂਟ ਆ. ਮੈਂ ਸਿਰਫ ਜੋ ਸਾਡੇ ਉਸਤਾਦ ਜੀ ਨੇ ਸਿਖਾ ਲਿਆ ਵੀ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ, ਹੈ ਨਾ, ਤੇ ਫੇਰ ਹੀ ਲੋਕੀ ਤੁਹਾਡੇ ਤੇ ਮਾਣ ਕਰਨਗੇ. ਕਿਸੇ ਨੂੰ ਨੀਚਾ ਦਿਖਾਲ ਕੇ ਆਪਾਂ ਅੱਗੇ ਨਹੀਂ ਜਾਣਾ. ਸੋ ਮੈਂ ਤਾਂ ਉਹ ਮੁੰਡੇ ਬਹੁਤ ਵਧੀਆ ਨੇ ਸਾਰੇ ਜਿਹੜੇ ਗਾਉਂਦੇ ਨੇ ਯੰਗਸਟਰਸ ਨੇ, ਤੇ ਮੈਂ ਤਾਂ ਸੱਚੀ ਮੈਂ ਇਹ ਗੱਲ ਕਹਿ ਰਿਹਾ ਫੇਰ ਵੀ ਜੇ ਮੇਰਾ ਬਸ ਚੱਲੇ ਜਿੰਨੇ ਵੀ ਉਹ ਆਪਸ 'ਚ ਲੜਦੇ ਨੇ, ਮੈਂ ਚਾਹੇ ਉਹਨਾਂ ਗਾਣਾ ਕਰਾਂ ਜਾਂ ਨਾ, ਉਹਨਾਂ ਦਾ ਆਪਸ 'ਚ ਹੀ ਕਰਾ ਦੇਵਾਂ, ਹੈ ਨਾ. You know what I mean? Because I don't know why. You know, I think I believe in creating love, not hate. ਹੈ ਨਾ. ਆਪਣਾ ਜਿਹੜਾ ਕਲਾਕਾਰਾਂ ਦਾ ਕੰਮ ਹੀ ਇਹ ਹੈ, ਸਾਡੀ ਕਹਾਣੀ ਜਿਹੜੀ ਆ ਉਹ ਸਾਰੀ ਰਾਗਾਂ ਦੇ ਵਿੱਚ ਆ, ਹੈ ਨਾ. ਸੋ ਜੇ ਆਪਾਂ ਕਿਸੇ ਨੂੰ ਜੋੜ ਨਹੀਂ ਸਕਦੇ ਤਾਂ ਤੋੜਨਾ ਗੱਲ ਹੀ ਆ. ਇੱਕ ਦੂਸਰੇ ਨੂੰ ਨੀਚਾ ਦਿਖਾਲ ਕੇ ਏਦਾਂ ਉਹ I'm always against that. So hopefully these guys, I will sit down with those guys and say, look man, ਜੇ ਤੁਹਾਡੀ ਗੱਲ ਹੈ ਟੇਬਲ ਤੇ ਬੈਠ ਕੇ ਗੱਲ ਕਰ ਲਓ. You know, why are you guys doing this? I you know, ਜੇ ਦੋ ਮੁਲਕਾਂ ਦਾ ਰੌਲਾ ਪੈਂਦਾ ਆਪਸ ਵਿੱਚ, they couldn't even solve that, ਹੈ ਨਾ. ਤੇ ਆਪਣੀ ਤਾਂ ਕਲਾਕਾਰਾਂ ਦੀ ਗੱਲ ਹੀ ਇੱਕ ਆ. ਸੋ ਮੈਂ ਤਾਂ ਇਹੀ ਕਹਿਣਾ ਜੀ, ਯੰਗਸਟਰ ਜਿਹੜੇ ਫੈਨਸ ਵੀ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਇੱਕ ਦੂਸਰੇ ਦੇ ਖਿਲਾਫ ਮੈਂ ਫਲਾਨੇ ਦਾ ਫੈਨ ਹੈ, ਉਹ ਫਲਾਨੇ ਨੂੰ ਗਾਲਾਂ ਕੱਢੀ ਜਾਂਦੇ, ਉਹ ਫਲਾਨੇ ਦਾ ਫੈਨ ਹੈ, ਮੈਂ ਉਹਨੂੰ ਗਾਲਾਂ ਕੱਢੀ ਨਾ. ਡੋਂਟ ਡੂ ਦੈਟ ਮੈਨ. ਯੂ ਨੋ, ਜੇ ਤੁਸੀਂ ਕਿਸੇ ਨੂੰ ਨਹੀਂ ਲਾਈਕ ਕਰਦੇ ਤੁਸੀਂ ਕੁਛ ਬੋਲੋ ਹੀ ਨਾ ਅਗਲੇ ਬਾਰੇ. ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਨੂੰ ਸਪੋਰਟ ਕਰੋ. ਸਿੰਪਲ ਇਜ਼ ਦੈਟ. ਇਟਸ ਅ ਸਿੰਪਲ ਥਿੰਗ. ਸੋ ਫੈਨਸ ਵੀ ਥੋੜ੍ਹਾ ਜਿਹਾ ਆਪਸ ਵਿੱਚ ਪਿਆਰ ਦਿਖਾ ਲਓ, ਤੇ ਜਿਹੜੇ ਸਿੰਗਰਸ ਆ ਉਹ ਵੀ ਆਪਸ ਦੇ ਵਿੱਚ ਜੁੜ ਕੇ ਪਿਆਰ ਇੱਕ ਮਿਕ ਹੋ ਕੇ ਗਾਣੇ ਕਰੋ ਜੀ. And Jazzy B, this is why you're an idol, and this is why we all respect you, ਕਿਉਂਕਿ ਜਿਹੜੇ ਤੁਹਾਡੀ ਇਹ ਸੋਚ ਵਿੱਚ ਆ ਰਹੇ ਹਨ ਨਾ, ਬਾਕੀਆਂ ਨਾਲ ਨਹੀਂ ਮਿਲਦੇ. So respect you for that. Thank you so much. Thank you. So ਤੁਸੀਂ ਜ਼ਿਕਰ ਕੀਤਾ ਸੀ ਵੀ it's never about money. ਅਸੀਂ ਜਾਣਦੇ ਹਾਂ ਕਿ Jazzy B, ਜਿੱਥੇ ਤੱਕ ਅਸੀਂ ਜਾਣਦੇ ਹਾਂ ਕਿ ਤੁਸੀਂ ਸਿੱਧੇ ਸਾਦੇ ਬੰਦੇ ਆ, ਦੇਸੀ ਆ, ਬਿਜ਼ਨਸ ਮਾਈਂਡਡ ਤੁਸੀਂ ਹੈਗੇ ਆ, ਪਰ ਨਹੀਂ ਵੀ ਨਹੀਂ. ਸੋ ਮੇਰੀ ਜਿੱਥੇ ਗੱਲ ਜਾ ਰਹੀ ਆ, I think is the movie scenes. We know you've you know acted in some of them, you've had some roles, and ਤੁਹਾਡਾ ਜਿਹੜਾ I think ਅੱਜ ਕੱਲ੍ਹ ਜਿਹੜੇ ਤੁਹਾਡੇ ਗੀਤ ਆ, you know they're famous on their own, you don't need a movie. ਅੱਜ ਕੱਲ੍ਹ ਜਿਹੜੇ singers ਆ ਕਾਫੀ they go from singing to movies. So ਤੁਹਾਡੇ ਹੁਣ ਜਿਹੜੇ ਗੀਤ ਆ ਉਹ ਜਾ ਰਹੇ ਆ from ਪੰਜਾਬੀ to Bollywood. ਐਂਡ ਤੁਸੀਂ ਵੀ ਥੋੜ੍ਹਾ ਚਿਰ ਹੋਇਆ ਪਹਿਲਾਂ ਇੱਕ ਗੀਤ ਦੇ ਵਿੱਚ ਤੁਸੀਂ ਆਪਣੀ ਸ਼ੋਕੇਸ ਕੀਤੀ ਸੀਗੀ ਇਨ ਬਾਲੀਵੁੱਡ. How do you feel about that? I mean, it feels great. I mean, especially Dil Luttiya ਉਹਨਾਂ ਨੇ ਦੁਬਾਰਾ ਗਾਣਾ ਕੀਤਾ after 16 years. ਹਾਂਜੀ, ਜਵਾਨੀ ਜਾਨੀ ਮਨ. It didn't feel different because it was the same team. ਜਿਹੜੀ ਟੀਮ ਆਪਣੇ ਜਦੋਂ ਦਿਲ ਲੁੱਟਿਆ original ਅਸੀਂ ਸ਼ੂਟ ਕੀਤਾ ਸੀ, ਜੇ ਜਿਹੜਾ ਮੁੰਡਾ ਨਾ ਉਹ ਪ੍ਰੋਡਿਊਸਰ ਉਹ ਟਿਪਸ ਦੇ ਨਾਲ ਹੀ ਹੁੰਦਾ ਸੀ ਉਦੋਂ ਵੀ, ਹੈ ਨਾ. ਸੋ ਕੁਕੀ ਗੁਲਾਟੀ, ਜਦੋਂ ਮੈਂ ਸੈੱਟ ਤੇ ਗਿਆ ਹੀ ਆ, ਸਾਈਫ ਅਲੀ ਖਾਨ ਵਾਸ देयर, Alaya was there, and ਉਹ ਚੇਅਰ ਤੇ ਬੈਠਾ ਸੀ. ਇੱਦਾਂ 16 ਸਾਲ ਪਹਿਲਾਂ ਉਹ ਬੈਠਾ ਸੀਗਾ ਸੈੱਟ ਤੇ. So it just felt like I'm doing the same video. ਪਰ ਬਹੁਤ ਵਧੀਆ ਰਿਸਪੌਂਸ ਮਿਲਿਆ, ਬਹੁਤ ਵਧੀਆ ਉਹਨਾਂ ਨੇ ਮੁੰਡਿਆਂ ਨੇ ਮਿਊਜ਼ਿਕ ਕੀਤਾ. ਹਰਦੀਪ ਐਂਡ ਪ੍ਰੇਮ ਪਾਰਟਨਰਸ ਇਨ ਰਾਈਮ, ਹੈ ਨਾ. ਜਦੋਂ ਉਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਭਾਜੀ ਆਪਾਂ ਉਹ ਗਾਣਾ ਕਰਨਾ, ਪਰ ਉਹਦੇ ਨਾਲੋਂ ਵਧੀਆ ਕਿੱਦਾਂ ਬਣਾਵਾਂਗੇ, ਹੈ ਨਾ. So they already knew that song was a chartburst song. ਸੋ ਜਦੋਂ ਬੰਦਾ ਇਹ ਸੋਚ ਲੈਂਦਾ ਵੀ ਅਸੀਂ ਉਹਦੇ ਨਾਲੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਪਰ ਔਖਾ. So right away I knew these guys will do justice. I think they still kept the old flavor in there, but with the new twist. So ਜਿਨ੍ਹਾਂ ਨੇ ਨਹੀਂ ਕਦੇ ਸੁਣਿਆ ਹੋਊਗਾ ਸ਼ਾਇਦ ਦਿਲ ਲੁੱਟਿਆ, ਉਹਨਾਂ ਨੇ ਦੁਬਾਰਾ ਹੁਣ ਸੁਣ ਲਿਆ ਗੱਲਾਂ ਕਰਦੀ. Yes, definitely. ਬਹੁਤ ਸਾਰੇ ਜਿਹੜੇ ਪੰਜਾਬੀ ਮਿਊਜ਼ਿਕ ਦੇ ਫੈਨਸ ਆ, ਆਪਾਂ ਕਾਫੀ ਰੀਮਿਕਸ ਵੇਖੀਆਂ ਬਾਲੀਵੁੱਡ ਇੰਡਸਟਰੀ ਦੇ ਵਿੱਚ, ਤੇ ਬਹੁਤ ਅਪਸੈਟ ਹੁੰਦੇ ਆ. ਮੈਂ ਸੋਸ਼ਲ ਮੀਡੀਆ 'ਤੇ ਨਿੱਤ ਪੜ੍ਹਦੀ ਰਹਿੰਦੀ ਹਾਂ, ਵਾਈ ਡਜ਼ ਬਾਲੀਵੁੱਡ ਹੈਵ ਟੂ ਸਟੀਲ ਅਨਦਰ ਸੌਂਗ, ਵਾਈ ਡਜ਼ ਬਾਲੀਵੁੱਡ ਹੈਵ ਟੂ ਟੇਕ ਅਨਦਰ ਸੌਂਗ. ਤੁਸੀਂ ਸੋਚਿਆ ਸੀ ਪਹਿਲਾਂ ਵੀ ਤੁਹਾਡੇ ਫੈਨਸ ਦੀ ਰਿਐਕਸ਼ਨ ਕੀ ਹੋਊਗੀ? ਬਿਲਕੁਲ. ਇੱਕ ਤਾਂ ਕਿਉਂਕਿ ਜੇ ਤਾਂ ਆਪਾਂ ਸਾਲ ਕੁ ਬਾਅਦ ਗਾਣਾ ਕਰ ਦੂੰਗੇ ਫਿਰ I don't think there's no point of doing that. ਪਰ it's 16 years, ਹੈ ਨਾ. 16 ਸਾਲ ਦੇ ਨਿਆਣੇ ਤਾਂ ਉਦੋਂ ਜੰਮੇ ਵੀ ਨਹੀਂ ਹੋਣੇ, ਹੈ ਨਾ. ਸੋ ਇਹ ਪਹਿਲਾਂ ਜਿੱਦਾਂ ਮੈਂ ਗੱਲ ਕਹੀ ਆ ਵੀ ਉਹ ਮੁੰਡੇ ਇੰਗਲੈਂਡ ਤੋਂ ਆ,
ਉਹਨਾਂ ਦੇ ਨਾਲ ਇਹਨਾਂ ਪੂਰਾ ਡਿਸਕਸ ਕਰਕੇ ਉਹ ਮੈਨੂੰ ਕੱਲੀ ਚੀਜ਼ ਭੇਜਦੇ ਸੀ then I heard it until I wasn't happy I didn't say okay let's do it because I had a bad experience before where I'd done my track did my vocals and it was even a rough vocal it wasn't even fine and they ਉਹ ਗੱਲ ਨਹੀਂ ਬਣੀ ਉਹ ਨਾਲ ਰਿਲੀਜ਼ ਕਰਤਾ ਉਹਨੇ ਦੂਸਰੇ ਦਿਨ ਹੀ ਸੋ ਹੁਣ ਅਸੀਂ ਪਹਿਲਾਂ ਤੋਂ ਇਹ ਰੂਲ ਬਣਾਇਆ ਵੀ ਜੇ ਕੋਈ ਮੈਂ ਬਾਲੀਵੁੱਡ 'ਚ ਗਾਣਾ ਕਰੂੰਗਾ ਅਸੀਂ ਆਪ ਪ੍ਰੋਡਿਊਸ ਕਰਕੇ ਫੇਰ ਦੇਵਾਂਗੇ ਉਹਨਾਂ ਨੂੰ ਨਹੀਂ ਤਾਂ ਲੋੜ ਹੀ ਨਹੀਂ Great. So ਜੇ ਉਸ ਗੀਤ ਦੇ ਦੋ ਬੋਲ ਹੋ ਜਾਣ for all our viewers ਹਾਂਜੀ ਬਿਲਕੁਲ ਜਿਨੇ ਮੇਰਾ ਦਿਲ ਲੁੱਟਿਆ ਓਹੋ ਜਿਨੇ ਮੈਨੂੰ ਮਾਰ ਸੁੱਟਿਆ ਓਹੋ ਲੱਕ ਪਤਲਾ ਬਲੌਰੀ ਉਹਦੇ ਨੈਣ ਨੈਣ ਕੰਨੀ ਝੁੰਮ ਕੇ ਹੁਲਾਰੇ ਉਹਦੇ ਲੈਣ ਲੈਣ ਗੱਲਾਂ ਕਰਦੀ ਓਏ ਕਰਦੀ ਸ਼ਾਇਦ ਤੂੰ ਮਿੱਠੀਆਂ ਜਿਨੇ ਮੇਰਾ ਦਿਲ ਲੁੱਟਿਆ ਓਹੋ ਜਿਨੇ ਮੈਨੂੰ ਮਾਰ ਸੁੱਟਿਆ ਓਹੋ ਜਿਨੇ ਮੇਰਾ ਦਿਲ ਲੁੱਟਿਆ Very nice. Thank you, Jazzy. So, ਆਪਣੇ ਪਤਾ ਅੱਜ ਕੱਲ੍ਹ ਸਿਨੇਮਾਸ ਤਾਂ ਬੰਦ ਆ ਕਰੋਨਾ ਦਾ ਕਰਕੇ ਪਰ ਜੇ ਕਿਤੇ ਦੁਬਾਰਾ ਖੋਲਣ ਜੈਜ਼ੀ ਸਾਨੂੰ ਵੱਡੀ ਸਕਰੀਨ ਤੇ ਦੇਖਣ ਨੂੰ ਮਿਲਣਗੇ ਕਿਤੇ ਫਿਲਮਸ ਦੇ ਵਿੱਚ ਹਾਂਜੀ ਬਿਲਕੁਲ ਜੀ ਬਿਲਕੁਲ ਕਾਫੀ ਇਹ ਗੱਲਬਾਤ ਚੱਲ ਰਹੀ ਆ ਗਿੱਪੀ ਬਾਈ ਨਾਲ ਵੀ ਗੱਲਬਾਤ ਹੋ ਰਹੀ ਸੀਗੀ ਕਿਉਂਕਿ ਉਹਨਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਹੁਣ ਲਾਇਆ ਹੋਇਆ ਸੋ ਗੱਲ ਚੱਲਦੀ ਸੀ ਵੀ ਇੱਕ ਦੋ ਸਕ੍ਰਿਪਟ ਹੈਗੀਆਂ ਨੇ ਜਿੱਥੇ ਆਪਾਂ ਦੋਨੋਂ ਇਕੱਠੇ ਕੰਮ ਕਰਾਂਗੇ ਇੱਕ ਦੋ ਹੋਰ ਸੀਗੀਆਂ ਫਿਲਮਾਂ ਦਾ ਪਰ ਲਾਈਕ I said I don't rush thing ਜਦੋਂ ਹੋਣਾ ਉਹ ਮਾਲਕ ਨੇ ਜਦੋਂ ਕਰਨਾ ਉਦੋਂ ਹੀ ਹੋਣਾ ਸੋ ਹਾਂਜੀ ਕਰਾਂਗੇ ਜ਼ਰੂਰ ਕਰਾਂਗੇ ਡੈਫੀਨਿਟਲੀ Great, we look forward to it. Jazzy, ਤੁਸੀਂ ਕਾਫੀ ਵਧੀਆ collaborations ਕੀਤੀਆਂ in the last, I would say, year or so. ਤੁਹਾਡਾ ਇੱਕ ਨਵਾਂ ਗੀਤ All Eyes on Me and your latest collaboration with Bohemia and Nishana, Apache Indian ਦੇ ਨਾਲ ਜੋ ਕਿ ਮੇਰੇ ਖਿਆਲ ਇੰਡਸਟਰੀ ਦੇ ਵਿੱਚ ਉਹ ਗੁੰਮ ਹੋ ਗਏ ਸੀਗੇ ਉਹਨਾਂ ਨਾਲ ਤੁਸੀਂ ਇੱਕ ਗੀਤ ਕੀਤਾ ਦਿਲ ਮੰਗਦੀ So what other collaborations are in the works? I got a collaboration with Karan Aujla. Wow. ਮੁੰਡਾ ਆਪਣਾ ਇੱਥੋਂ ਦਾ ਲੋਕਲੀ ਆ ਜੇ ਸ਼ਾਇਦ ਕਈਆਂ ਨੂੰ ਨਹੀਂ ਪਤਾ ਹੋਣਾ ਜਦੋਂ ਅਸੀਂ ਵੀਡੀਓ ਸ਼ੂਟ ਕਰਦੇ ਸੀਗੇ ਆਪਣੇ ਸੁੱਖ ਸੰਗੇੜੇ ਦੇ ਨਾਲ ਉਦੋਂ ਗਾਣਾ ਉਹਨਾਂ ਨੇ ਮੈਨੂੰ ਉਹ ਦੂਸਰਾ ਦਿੱਤਾ ਸੀ ਜਿਹੜਾ 90 ਦੀ ਬੰਦੂਕ ਹਾਂਜੀ ਉਹ ਵੀ ਕਰਨ ਦਾ ਲਿਖਿਆ ਹੋਇਆ ਉਹਦੇ ਨਾਲ ਕੋਲੈਬੋਰੇਸ਼ਨ ਆ ਗੁਰੂ ਰੰਧਾਵਾ ਪਰਸਨਲੀ ਮੈਨੂੰ ਉਹ ਮੁੰਡਾ ਬਹੁਤ ਘੈਂਟ ਲੱਗਦਾ ਨੇਚਰ ਜਿਵੇਂ ਉਹਦੇ ਘਰੇ ਮਤਲਬ ਰੌਣਕ ਲੱਗੀ ਰਹਿੰਦੀ ਆ ਕੋਈ ਬੰਦਾ ਕਹਿੰਦਾ ਆ ਜਾਓ ਭਾਜੀ ਘਰੇ ਬਹਿ ਕੇ ਘਰੇ ਬਹਿੰਦੇ ਆ ਪੁਰਾਣਾ ਮਾਹੌਲ ਜਿੱਦਾਂ ਹੁੰਦਾ ਸੀਗਾ ਨਾ ਜਦੋਂ ਇੰਗਲੈਂਡ 'ਚ ਅਸੀਂ ਗਏ ਸੀਗੇ ਉੱਥੇ ਏਦਾਂ ਹੁੰਦੇ ਸੀ ਸਾਰੇ ਗਰੁੱਪ ਉੱਥੇ ਵਾਲੇ ਇਕੱਠੇ ਬੈਠ ਕੇ ਇੰਜੋਏ ਕਰਨਾ ਸ਼ੋਜ਼ ਕਰਨੇ ਸੋ ਉਹਦੇ ਨਾਲ ਵੀ ਕੋਲੈਬੋਰੇਸ਼ਨਸ ਆ ਰਹੀ ਆ ਅਮਨ ਹੇਅਰ ਦੀ ਵੀਡੀਓ ਉਹ ਰੈਡੀ ਆ ਸੁਖਸ਼ਿੰਦਰ ਸ਼ਿੰਦਾ ਭਾਜੀ ਨਾਲ ਕਾਫੀ ਆ ਰਹੇ ਨੇ ਕਾਫੀ ਕੋਲੈਬੋਰੇਸ਼ਨ ਹੋਣੀਆਂ ਨੇ ਸੋ ਬਹੀਮੀਆ ਦੇ ਨਾਲ ਇੱਕ ਹੋਰ ਗਾਣਾ ਹੈ ਜਿਹੜਾ ਅਸੀਂ ਆਪਣੀ ਐਲਬਮ ਲਈ ਕੀਤਾ ਕਰਾਊਨ ਪ੍ਰਿੰਸ ਉਹਦਾ ਟਾਈਟਲ ਆ ਇਟਸ ਮੋਰ ਵੈਸਟ ਕੋਸਟ ਹਿਪ ਹੌਪ ਸਟਾਈਲ ਤੇ ਹਾਰਜ ਨਾਗਰਾ ਨੇ ਉਹਦਾ ਮਿਊਜ਼ਿਕ ਕੀਤਾ ਕਾਫੀ ਕੁਝ ਹੋ ਰਿਹਾ ਜੀ lots to come. Great. So how soon? When the corona is over or maybe before that? ਨਹੀਂ ਆਪਾਂ ਕੱਢੀ ਜਾਣੇ ਗਾਣੇ ਕਿਉਂਕਿ ਲੋਕੀ ਘਰੇ ਬੈਠੇ ਨੇ ਇੰਜੋਇਮੈਂਟ ਵੀ ਚਾਹੀਦੀ ਹੈ ਹਨਾ I don't see life without music ਹਨਾ I think that goes for 90% of the people who like ਕਿੰਨਾ ਚਿਰ ਤੁਸੀਂ ਮਿਊਜ਼ਿਕ ਤੋਂ ਬਿਨਾਂ ਰਹਿ ਸਕਦੇ ਆ ਸੋ ਮੇਰਾ ਖਿਆਲ ਲੱਗ ਰਹੀ ਰਿਲੀਜ਼ ਹੈ ਜਿਹੜਾ ਉਹ ਦੇਖੋ ਹੁਣ ਬੀਮੇ ਵਾਲਾ ਆਉਂਦਾ ਜਾਂ ਅਮਨ ਹੇਰ ਵਾਲਾ ਆਉਂਦਾ ਜਾਂ ਹੋਰ ਕੋਈ ਆਉਂਦਾ ਕਾਫੀ ਗਾਣੇ 2-3 ਵੀਡੀਓ ਸ਼ੂਟਸ ਹੋਏ ਨੇ ਆਲਰੇਡੀ ਨਹੀਂ ਤਾਂ ਫਿਰ ਘਰੇ ਬੈਠ ਕੇ ਵੀਡੀਓ ਸ਼ੂਟ ਕਰ ਲਾਂਗੇ ਵਧੀਆ ਅੱਜ ਕੱਲ੍ਹ ਤੇ ਆਈਫੋਨ ਤੇ ਵੀ ਸਾਰਾ ਕੁਝ ਚੱਲਦਾ ਹੀ ਆ ਹਾਂਜੀ ਹਾਂਜੀ ਜੈਜ਼ੀ ਤੁਸੀਂ ਗਾਉਂਦੇ ਬਹੁਤ ਸੋਹਣੇ ਤਰੀਕੇ ਦੇ ਨਾਲ ਆ ਤੇ ਬਾਕੀ the way you carry yourself ਉਹ ਵੀ ਬਹੁਤ ਸੋਹਣੇ ਢੰਗ ਦੇ ਨਾਲ you are your own fashion label so ਜੇ ਆਪਾਂ ਗੱਲ ਕਰੀਏ ਤੁਸੀਂ ਕਦੀ ਸੋਚਿਆ ਵੀ ਤੁਸੀਂ ਆਪਣੀ ਲਾਈਨ ਫੈਸ਼ਨ ਦੀ ਸ਼ੁਰੂ ਕਰਨੀ ਆ ਕਿਤੇ ਨਾ ਕਿਤੇ ਜਾ ਕੇ ਨਹੀਂ ਉਹ ਤਾਂ ਕੀਤੀ ਹੋਈ ਹੈ ਜੀ ਬੀ ਜੈਜ਼ੀ ਜਿਹੜਾ ਉਹ ਕਲੋਥਿੰਗ ਲਾਈਨ ਆ ਆਨਲਾਈਨ ਆ ਉਹ ਮੋਸਟਲੀ ਬੰਬੇ ਤੋਂ ਨੇ ਪਾਰਟਨਰ ਉਹੀ ਟੇਕ ਕੇਅਰ ਕਰਦੇ ਆਪਣੇ ਕੋਲ ਤਾਂ ਤੁਹਾਨੂੰ ਪਤਾ ਇੰਨਾ ਟਾਈਮ ਨਹੀਂ ਹੁੰਦਾ ਲੇਕਿਨ ਉਹਨੂੰ ਹੁਣ ਅੱਗੇ ਕੰਟੀਨਿਊ ਕਿੱਦਾਂ ਤੋਰਨਾ ਉਹ ਦੇਖਦੇ ਆ on a bigger level they can be jazzy is my own clothing line online order ਕਰ ਸਕਦੇ ਆ ਉੱਥੇ ਤੇ ਬਾਕੀ ਦੇਖਦੇ ਆ Awesome. Okay, Jazzy, ਆਪਣਾ ਟਾਈਮ ਹੁਣ ਵਾਕਿਆ ਥੋੜਾ ਜਿਹਾ ਰਹਿ ਗਿਆ ਬਟ ਜਾਣਦੇ ਹੋਏ ਕੋਈ ਵੀ ਤੁਸੀਂ ਆਪਣੇ ਗੀਤ ਦੇ ਕੋਈ ਵੀ one of your favorite songs that you want to share with us ਖਾਸ ਕਰਕੇ ਇਹੋ ਜਿਹੇ ਮਾਹੌਲ ਦੇ ਵਿੱਚ ਜਿਹਨੂੰ ਤੁਹਾਨੂੰ ਲੱਗਦਾ ਅੱਜ ਦੁਨੀਆ ਤੇ ਢੁੱਕਦੇ ਹੋਣਗੇ ਬਿਲਕੁਲ ਜੀ ਦੇਖੋ ਮਾਲਕ ਦੇ ਰੰਗ ਨੇ just want to say thanks to everyone around the world for keeping it together ਕਿਉਂਕਿ ਇਹ ਜਿਹੜਾ ਟਾਈਮ ਆ ਇਹ ਆਪਾਂ ਨੂੰ ਜਿੰਨਾ ਇਕੱਠੇ ਰਵਾਂਗੇ
meaning like stay home but be together, and helping each other out. It doesn't matter what community you are, you know, ਜਿੱਥੇ ਵੀ ਕਿਸੇ ਨੂੰ ਲੋੜ ਆ ਉੱਥੇ ਮਦਦ ਜੇ ਕਰੋਗੇ, ਉਹ ਤੋਂ ਵੱਡੀ ਸੇਵਾ ਕੋਈ ਨਹੀਂ ਹੈ। ਠੀਕ ਹੈ ਨਾ, ਇਹ ਟਾਈਮ ਆ, ਤੁਹਾਨੂੰ ਇੱਥੇ ਦੱਸਣ ਦਾ ਲੋੜ ਨਹੀਂ ਵੀ ਮੈਂ ਆਹ ਕੀਤਾ ਮੈਂ ਆਹ ਕੀਤਾ, ਜਿੰਨੀ ਵੀ ਤੁਸੀਂ ਗੁਪਤ ਕਰ ਸਕਦੇ ਆ ਹੈਲਪ ਕਿਸੇ ਦੀ ਉਹ ਕਰਨੀ ਚਾਹੀਦੀ ਆ। ਸੋ ਮਾਲਕ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ। We will get through this, sooner or later, but stay connected, stay together. ਇੱਥੇ ਮੈਂ ਗਾਣਾ ਤੁਹਾਨੂੰ ਸੁਣਾਉਣਾ ਜੀ। ਉਹ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਡੁੱਲਦਾ ਪਿਆਰ ਜੀ, ਗੁਰੂਆਂ ਨੇ ਬਾਣੀ ਇਹ 'ਚ ਲਿਖਤੀ, ਜਿਹਦਾ ਕਰਾਂ ਦਿਨੋਂ ਸਤਿਕਾਰ ਜੀ। ਉਹ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ, ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ, ਕੋਈ ਹੋਰ ਨਾ ਰੰਗੀਨ ਖਾਬ ਤੱਕਿਓ, ਮਿੱਠੀ ਬੋਲੀ ਰੰਗਲੇ ਪੰਜਾਬ ਦੀ, ਪੰਜਾਬੀਓ ਪੰਜਾਬੀ ਯਾਦ ਰੱਖਿਓ, ਮਿੱਠੀ ਬੋਲੀ ਰੰਗਲੇ ਪੰਜਾਬ ਦੀ, ਪੰਜਾਬੀਓ ਪੰਜਾਬੀ ਯਾਦ ਰੱਖਿਓ। ਹਾਂ, ਮਿੱਠੀ ਬੋਲੀ ਰੰਗਲੇ ਪੰਜਾਬ ਦੀ, ਪੰਜਾਬੀਓ ਪੰਜਾਬੀ ਯਾਦ ਰੱਖਿਓ। ਬਿਊਟੀਫੁਲ ਵਰਡਸ, ਦਿਲ ਤੇ ਲੱਗੀ ਗੱਲ। ਥੈਂਕ ਯੂ ਸੋ ਮਚ ਜਾਜ਼ੀ। ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਟੂ ਗੈਟ ਅਪਡੇਟਡ ਵਿਦ ਦ ਲੇਟੈਸਟ। ਜਿੰਨੇ ਵੀ ਅੱਜ ਸਾਡੇ ਦਰਸ਼ਕ ਜੁੜੇ ਆ ਵਰਲਡ ਵਾਈਡ ਔਨ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਫੇਸਬੁੱਕ ਦੇ ਉੱਤੇ, ਇੱਕ ਵਾਰੀ ਆਪਣੇ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਆ ਉਹਦੇ ਦੱਸ ਦਿਓ, ਸੋ ਐਨੀਵਨ ਕੈਨ ਫੋਲੋ ਯੂ ਐਂਡ ਸੀ ਵਾਟ ਯੂ ਅਪ ਟੂ ਥੀਸ ਡੇਜ਼। ਹਾਂਜੀ ਬਿਲਕੁਲ ਜੀ, pretty much Jazzy B on everything really, Insta ਤੇ Twitter ਤੇ Facebook, Snapchat ਤੇ B Jazzy One ਆ, ਜਿਹੜੀ clothing line ਵਾਲਾ। ਸੇ ਤੁਸੀਂ whatever ਉੱਥੇ ਮੈਸੇਜ ਕਰ ਸਕਦੇ ਆ, and I do response to, ਮੈਂ ਕਮੈਂਟ ਵੀ ਪੜ੍ਹਦਾ ਹੁੰਦਾ। ਹੁਣ ਕਿ ਹੁਣ ਤਾਂ ਕਹਿ ਨਹੀਂ ਸਕਦੇ ਟਾਈਮ ਹੈ ਨਹੀਂਗਾ, ਟਾਈਮ ਆ। So whatever your feedback is, ਤੁਸੀਂ ਦਿਆ ਕਰੋ ਜ਼ਰੂਰ, ਕਿਉਂਕਿ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਵੀ ਯਾਰ ਆਹ ਕੰਮ ਸਹੀ ਨਹੀਂ ਕਰ ਸਕਦੇ। ਸੋ ਤੁਸੀਂ ਬਹੁਤ ਸੁਣਨ ਵਾਲੇ ਵਧੀਆ ਸਰੋਤੇ ਹੋ, ਫੈਨਸ ਹੋ, ਸੋ give your feedback and I will try to respond back to you guys, and thanks for all the love since 93 2020। ਹੋਰ ਗਾਣੇ ਆ ਰਹੇ ਨੇ ਤੇ ਇੱਦਾਂ ਹੀ ਪਿਆਰ ਰੱਖਿਓ, ਤੁਹਾਡੇ ਕਰਕੇ ਹੀ ਆ ਜੋ ਵੀ ਹੈ। ਜੈਸੇ Thank you, Jazzy. Thank you for staying humble, and we hope you keep safe. And when this is all over, we want you back in the studio for another update. Definitely. Thanks so much, Suki. Thank you. No worries. Thank you again. ਇਹ ਸੀ ਸਾਡੇ ਆਪਣੀ Jazzy B, ਜੋ ਕਿ ਸਾਨੂੰ ਜੁੜਿਆ ਇੱਥੇ BC ਦੇ ਵਿੱਚ ਹੁਣ ਆਏ ਹੋਏ ਆ। ਸੋ ਉਮੀਦ ਕਰਦੀ ਅੱਜ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਕੱਲ੍ਹ ਨੂੰ ਆਪਾਂ ਫਿਰ ਮਿਲਦੇ ਹਾਂ with another new program, new headlines and a new guest. ਸੋ ਕੱਲ੍ਹ ਨੂੰ ਤਾਈਂ ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।